ਨੈਕਸਟ ਆਪਾਂ ਸਟਾਰਟ ਕਰਨ ਲੱਗੇ ਹਾਂ ਨਿਊ ਕਨਸੈਪਟ ਆਫ ਚੈਪਟਰ ਹੀਟ ਟ੍ਰਾਂਸਫਰ। ਨਿਊ ਕਨਸੈਪਟ ਆਪਣੇ ਕੋਲ ਕੀ ਹੈ ਇੱਥੇ ਥਰਮਲ ਐਕਸਪੈਂਸ਼ਨ। ਥਰਮਲ ਐਕਸਪੈਂਸ਼ਨ ਦਾ ਮਤਲਬ ਕੀ ਹੁੰਦਾ ਹੈ, ਅਗਰ ਕੋਈ ਵੀ ਸਬਸਟਾਂਸ ਹੈ, ਮੰਨ ਲਓ ਸੋਲਿਡ ਹੈ, ਲਿਕੁਇਡ ਹੈ ਜਾਂ ਗੈਸ ਹੈ, ਕੋਈ ਵੀ ਚੀਜ਼ ਹੈ, ਅਗਰ ਆਪਾਂ ਉਹ ਚੀਜ਼ ਨੂੰ ਸੋਲਿਡ, ਲਿਕੁਇਡ ਜਾਂ ਗੈਸ ਨੂੰ ਆਪਾਂ ਹੀਟ ਕਰਦੇ ਪਏ ਹਾਂ, ਹੀਟ ਕਰਨ 'ਤੇ ਜਿਹੜਾ ਉਹ ਸਬਸਟਾਂਸ ਹੋਊਗਾ ਉਹ ਹਮੇਸ਼ਾ ਐਕਸਪੈਂਡ ਕਰ ਜੂਗਾ। ਪਹਿਲਾਂ ਥੋੜ੍ਹਾ ਹੀ ਕਰੇ, ਪਹਿਲਾਂ ਥੋੜ੍ਹਾ ਹੀ ਕਰ ਜੇ, ਬਟ ਫਿਰ ਵੀ ਉਹ ਐਕਸਪੈਂਡ ਕਰਦਾ ਹੁੰਦਾ ਹੈ। ਮੰਨ ਲਓ ਆਪਾਂ ਕੋਈ ਸੋਲਿਡ ਆ, ਉਹਨੂੰ ਹੀਟ ਕਰਨਾ ਸ਼ੁਰੂ ਕਰਤਾ ਤਾਂ ਉਹਨੂੰ ਥੋੜ੍ਹਾ ਐਕਸਪੈਂਡ ਕਰ ਜਾਣਾ। ਸਿਮਿਲਰਲੀ ਜਿਵੇਂ ਕੋਈ ਵੀ ਸਬਸਟਾਂਸ ਹੈ, ਮੈਂ ਉਹਨੂੰ ਕੂਲ ਕਰਨਾ ਸ਼ੁਰੂ ਕਰਤਾ ਤਾਂ ਕੂਲ ਕਰਨ 'ਤੇ ਉਹ ਸਬਸਟਾਂਸ ਕੰਟਰੈਕਟ ਹੋ ਜੂ, ਮਤਲਬ ਇਕੱਠਾ ਹੋ ਜਾਊਗਾ, ਥੋੜ੍ਹਾ ਸਾਈਜ਼ ਉਹਦਾ ਘੱਟ ਜੂਗਾ। ਇਹਦਾ ਮਤਲਬ ਕੀ ਹੈ, ਥਰਮਲ ਐਕਸਪੈਂਸ਼ਨ ਕੀ ਹੁੰਦਾ ਵੀ ਜਦੋਂ ਆਪਾਂ ਕੋਈ ਵੀ ਸਬਸਟਾਂਸ ਨੂੰ ਹੀਟ ਕਰਦੇ ਹਾਂ ਅਤੇ ਹੀਟ ਕਰਨ 'ਤੇ ਉਹਦਾ ਸਾਈਜ਼ ਜਿਹੜਾ ਹੈਗਾ ਉਹ ਇਨਕਰੀਜ਼ ਕਰ ਜੇ, ਉਹਨੂੰ ਆਪਾਂ ਥਰਮਲ ਐਕਸਪੈਂਸ਼ਨ ਮਤਲਬ ਐਕਸਪੈਂਡ ਕਰਨਾ। ਸਿਮਿਲਰਲੀ ਜੇ ਮੈਂ ਕਿਸੇ ਚੀਜ਼ ਨੂੰ ਕੰਟਰੈਕਟ ਕਰਦੀ ਪਈ ਹਾਂ, ਮਤਲਬ ਕਿਸੇ ਚੀਜ਼ ਨੂੰ ਕੂਲ ਕਰਦੀ ਪਈ ਹਾਂ, ਕੂਲ ਕਰਨ 'ਤੇ ਕੀ ਸਾਈਜ਼ ਕੰਟਰੈਕਟ ਕਰ ਜਾਂਦਾ, ਘੱਟ ਜਾਂਦਾ, ਉਹਨੂੰ ਥਰਮਲ ਕੰਟਰੈਕਸ਼ਨ ਕਹਿੰਦੇ ਆ। ਠੀਕ ਹੈ, ਤਾਂ ਨੈਕਸਟ ਆਪਾਂ ਦੇਖਣ ਵਾਲੇ ਹਾਂ ਥਰਮਲ ਐਕਸਪੈਂਸ਼ਨ ਇਨ ਸੋਲਿਡ। ਮੇਰੇ ਕੋਲ ਕੋਈ ਵੀ ਇੱਕ ਸੋਲਿਡ ਹੈ, ਦੇਖੋ ਹੁਣ ਸੋਲਿਡ ਦੀ ਕੀ ਹੁੰਦੀ ਹੈ, ਸੋਲਿਡ ਦੀ ਪ੍ਰੋਪਰਟੀਜ਼ ਕੀ ਹੁੰਦੀਆਂ, ਸੋਲਿਡ ਦੀ ਡੈਫੀਨੇਟ ਸ਼ੇਪ ਹੁੰਦੀ ਹੈ, ਉਹਦੀ ਆਪਾਂ ਸ਼ੇਪ ਚੇਂਜ ਨਹੀਂ ਕਰ ਸਕਦੇ। ਸੋਲਿਡ ਦਾ ਜਿਹੜਾ ਸਾਈਜ਼ ਹੁੰਦਾ ਉਹ ਵੀ ਡੈਫੀਨੇਟ ਮਤਲਬ ਸੇਮ ਰਹਿੰਦਾ ਹੈ। ਅਤੇ ਇਹ 'ਚ ਕੀ ਹੋਊਗਾ, ਜਦੋਂ ਆਪਾਂ ਕੋਈ ਵੀ ਸੋਲਿਡ ਨੂੰ ਹੀਟ ਕਰਾਂਗੇ ਨਾ, ਆਪਾਂ ਨੀਚੋਂ ਦੀ ਹੀਟ ਕਰ ਰਹੇ ਹਾਂ ਇਹਨੂੰ, ਹੀਟ ਕਰਨ 'ਤੇ ਕੀ ਹੋਊਗਾ, ਜਿਹੜਾ ਸੋਲਿਡ ਆ ਉਹ ਤਿੰਨੋਂ ਡਾਇਰੈਕਸ਼ਨਸ ਵਿੱਚ, ਸਾਰੀਆਂ ਡਾਇਰੈਕਸ਼ਨਸ ਵਿੱਚ ਐਕਸਪੈਂਡ ਕਰਦਾ। ਸਾਰੀਆਂ ਡਾਇਰੈਕਸ਼ਨਸ ਮਤਲਬ ਕਿ ਲੈਂਥ ਵਾਈਜ਼ ਵੀ ਕਰੂਗਾ, ਬ੍ਰੈਡਥ ਵਾਈਜ਼ ਵੀ ਕਰੂਗਾ, ਹਾਈਟ ਵਾਈਜ਼ ਵੀ ਕਰੂਗਾ। ਠੀਕ ਹੈ, ਪਰ ਜਿਹੜੇ ਹੁੰਦੇ ਸੋਲਿਡਸ ਦੇ ਪਾਰਟੀਕਲਸ ਬਹੁਤ ਨੇੜੇ ਨੇੜੇ ਹੁੰਦੇ ਆ, ਪਾਰਟੀਕਲਸ ਬਹੁਤ ਟਾਈਟਲੀ ਪੈਕਡ ਹੁੰਦੇ ਆ, ਇਸ ਕਰਕੇ ਜਿਹੜੀ ਥਰਮਲ ਐਕਸਪੈਂਸ਼ਨ ਹੁੰਦੀ ਹੈ ਸੋਲਿਡਸ ਵਿੱਚ ਉਹ ਬਹੁਤ ਘੱਟ ਹੁੰਦੀ ਹੈ, ਨਿਗਲੀਜੀਬਲ ਟਾਈਪ ਹੀ ਹੁੰਦੀ, ਬਸ ਮਤਲਬ ਥੋੜ੍ਹੀ ਦਿਖਦੀ ਨਹੀਂ ਆਪਾਂ ਨੂੰ, ਬਟ ਐਕਚੁਅਲ 'ਚ ਹੁੰਦੀ ਹੈ ਮਾੜੀ ਮਾੜੀ। ਠੀਕ ਹੈ, ਤਾਂ ਐਕਸਪੈਂਸ਼ਨ ਜ਼ਰੂਰ ਹੁੰਦੀ ਪਰ ਥੋੜ੍ਹੀ ਜਿਹੀ ਹੋਵੇ ਸੋਲਿਡ 'ਚ, ਕਿਉਂਕਿ ਥੋੜ੍ਹੀ ਕਾਹਦੋਂ ਹੁੰਦੀ ਹੈ, ਕਿਉਂਕਿ ਜਿਹੜੇ ਪਾਰਟੀਕਲਸ ਆ ਉਹਦੇ ਬਹੁਤ ਨੇੜੇ ਨੇੜੇ ਲੱਗੇ ਹੁੰਦੇ ਆ। ਨੈਕਸਟ ਹੈਗਾ ਆਪਣੇ ਕੋਲ ਡਿਫਰੈਂਟ ਸੋਲਿਡਸ ਐਕਸਪੈਂਡ ਡਿਫਰੈਂਟਲੀ। ਜਿਹੜੀ ਆਪਾਂ ਮੰਨ ਲਓ ਕੋਈ ਵੀ ਡਿਫਰੈਂਟ ਸੋਲਿਡਸ ਲੈ ਲਈ, ਹੁਣ ਦੋ ਡਿਫਰੈਂਟ ਸੋਲਿਡ ਡਿਫਰੈਂਟ ਤਰੀਕੇ ਨਾਲ ਐਕਸਪੈਂਡ ਕਰਦੇ ਹੁੰਦੇ ਆ। ਜਿਵੇਂ ਕਿ ਆਪਾਂ ਐਗਜ਼ਾਮਪਲ ਲਈਏ ਤਾਂ ਆਪਾਂ ਕੋਈ ਵੀ ਦੋ ਸੋਲਿਡਸ ਲੈ ਲਏ, ਬਰਾਸ ਅਤੇ ਆਇਰਨ। ਬਰਾਸ ਅਤੇ ਆਇਰਨ ਵਿੱਚ ਆਪਾਂ ਅਗਰ ਹੀਟ ਇਕੁਅਲ ਅਮਾਊਂਟ ਆਫ ਹੀਟ ਦੇ ਰਹੇ ਹਾਂ, ਬਟ ਆਪਾਂ ਕੀ ਦੇਖਾਂਗੇ, ਜਿਹੜੀ ਬਰਾਸ ਹੈ ਉਹ ਜ਼ਿਆਦਾ ਮਤਲਬ ਕਿ ਅਮਾਊਂਟ 'ਚ ਜ਼ਿਆਦਾ ਮਤਲਬ ਐਕਸਪੈਂਡ ਹੋ ਰਹੀ ਹੈ ਐਜ਼ ਕੰਪੇਅਰ ਟੂ ਆਇਰਨ। ਠੀਕ ਹੈ, ਪਰ ਆਪਾਂ ਇਕੁਅਲ ਲੈਂਥ ਹੀ ਲਈਆਂ, ਮੈਂ ਬਰਾਸ ਦੀ ਵੀ ਇਕੁਅਲ ਲੈਂਥ ਲਈ, ਮੈਂ ਆਇਰਨ ਦੀ ਵੀ ਇਕੁਅਲ ਲੈਂਥ ਲਈ, ਮੈਂ ਇਹਨਾਂ ਨੂੰ ਹੀਟ ਵੀ ਸੇਮ ਐਕਸਟੈਂਟ 'ਤੇ ਕਰ ਰਹੀ ਹਾਂ, ਬਟ ਸਟਿਲ ਜਿਹੜਾ ਇਹ ਬਰਾਸ ਹੈ ਜ਼ਿਆਦਾ ਐਕਸਪੈਂਡ ਕਰਦਾ ਹੁੰਦਾ ਐਜ਼ ਕੰਪੇਅਰ ਟੂ ਦ ਆਇਰਨ, ਕਿਉਂਕਿ ਇਹਨਾਂ ਦੀ ਮਤਲਬ ਉਹ ਹੁੰਦਾ ਹੈ ਥਰਮਲ ਐਕਸਪੈਂਸ਼ਨ ਦੀ ਇੱਕ ਪ੍ਰੋਪਰਟੀਜ਼ ਹੁੰਦੀ ਹੈ, ਇੱਕ ਫੈਕਟਰਸ ਹੁੰਦੇ, ਉਹ 'ਤੇ ਡਿਪੈਂਡ ਕਰਦਾ ਹੁੰਦਾ। ਉਸ ਆਪਾਂ ਵੈਲਿਊਜ਼ ਨੂੰ ਕਈ ਵਾਰ ਲਰਨ ਕਰਨਾ ਹੁੰਦਾ ਵੀ ਕਿਹੜੀ ਚੀਜ਼ ਜ਼ਿਆਦਾ ਐਕਸਪੈਂਡ ਕਰਦੀ ਹੈ, ਕਿਹੜੀ ਚੀਜ਼ ਘੱਟ ਐਕਸਪੈਂਡ ਕਰਦੀ ਹੈ। ਠੀਕ ਹੈ, ਤਾਂ ਜਿਹੜੀ ਵੀ ਥਰਮਲ ਐਕਸਪੈਂਸ਼ਨ ਹੁੰਦੀ ਹੈ ਸੋਲਿਡਸ ਵਿੱਚ ਉਹ ਹਮੇਸ਼ਾ 3 ਫੈਕਟਰਸ 'ਤੇ ਡਿਪੈਂਡ ਕਰਦੀ ਹੈ। ਵੈਸੇ ਸੋਲਿਡਸ ਕਿਉਂ, ਲਿਕੁਇਡ ਅਤੇ ਗੈਸਿਸ ਵਿੱਚ ਵੀ ਥਰਮਲ ਐਕਸਪੈਂਸ਼ਨ ਹਮੇਸ਼ਾ 3 ਫੈਕਟਰਸ 'ਤੇ ਡਿਪੈਂਡ ਕਰਦੀ ਹੈ। ਫੈਕਟਰਸ ਆਪਾਂ ਯਾਦ ਰੱਖਣੇ ਹੁੰਦੇ ਆ। ਪਹਿਲਾਂ ਤਾਂ ਓਰੀਜਨਲ ਡਿਮੈਂਸ਼ਨਸ ਆਫ ਦ ਸੋਲਿਡ, ਕਿ ਉਹ ਸੋਲਿਡ ਦੀਆਂ ਓਰੀਜਨਲ ਡਿਮੈਂਸ਼ਨਸ ਕਿੰਨੀਆਂ ਸੀਗੀਆਂ, ਵੀ ਇਹ ਸੋਲਿਡ ਵਿੱਚ ਐਕਚੁਅਲ ਲੈਂਥ ਬ੍ਰੈਡਥ ਹਾਈਟ ਕੀ ਸੀਗੀ, ਅਤੇ ਉਹ ਹਾਈਟ ਆਪਾਂ ਹੀਟ ਕਰਨ ਤੋਂ ਬਾਅਦ ਜਿਹੜੀ ਹੈਗੀ ਉਹ ਲੈਂਥ ਬ੍ਰੈਡਥ ਅਤੇ ਹਾਈਟ ਕਿੰਨੀ ਇਨਕਰੀਜ਼ ਕਰ ਗਈ। ਪਹਿਲਾਂ ਤਾਂ ਉਹਦਾ ਡਿਪੈਂਡ ਕਰੂ ਓਰੀਜਨਲ ਜਿਹੜੀ ਡਾਇਮੈਂਸ਼ਨ ਸੀ। ਸੈਕਿੰਡ ਰਾਈਜ਼ ਇਨ ਟੈਂਪਰੇਚਰ, ਸੈਕਿੰਡਲੀ ਆਪਾਂ ਟੈਂਪਰੇਚਰ ਕਿੰਨਾ ਦੇ ਰਹੇ ਹਾਂ ਉਹ 'ਤੇ ਡਿਪੈਂਡ ਕਰਦਾ ਵੀ ਐਕਸਪੈਂਸ਼ਨ ਕਿੰਨੀ ਹੋਊਗੀ। ਥਰਡ ਡਿਪੈਂਡ ਕਰਦਾ ਨੇਚਰ ਆਫ ਸੋਲਿਡ, ਜਿਵੇਂ ਮੈਂ ਤਾਂ ਕਿਹਾ ਸੀ ਨਾ ਆਪਣੇ ਕੋਲ ਬਰਾਸ ਹੈ ਅਤੇ ਇੱਕ ਆਪਣੇ ਕੋਲ ਆਇਰਨ ਹੈ, ਹੁਣ ਇਹ ਨੇਚਰ ਡਿਫਰੈਂਟ ਹੋ ਗਿਆ ਨਾ, ਇਹਦਾ ਨੇਚਰ ਡਿਫਰੈਂਟ ਹੈ, ਇਹਦਾ ਨੇਚਰ ਡਿਫਰੈਂਟ ਹੈ, ਇਹ ਨੇਚਰ ਟੂ ਨੇਚਰ ਵੀ ਡਿਪੈਂਡ ਕਰਦਾ, ਡਿਫਰੈਂਟ ਸੋਲਿਡਸ ਡਿਫਰੈਂਟਲੀ ਐਕਸਪੈਂਡ ਕਰਦੇ। ਤਾਂ 3 ਫੈਕਟਰਸ 'ਤੇ ਡਿਪੈਂਡ ਕਰਦਾ, ਓਰੀਜਨਲ ਡਾਇਮੈਂਸ਼ਨਸ ਆਫ ਦ ਸੋਲਿਡ, ਰਾਈਜ਼ ਇਨ ਟੈਂਪਰੇਚਰ ਅਤੇ ਨੇਚਰ ਆਫ ਦ ਸੋਲਿਡ ਮਟੀਰੀਅਲ। ਤਾਂ ਨੈਕਸਟ ਹੋ ਗਿਆ ਆਪਣੇ ਕੋਲ 3 ਕਾਈਂਡਸ ਆਫ ਥਰਮਲ ਐਕਸਪੈਂਸ਼ਨ ਇਨ ਸੋਲਿਡਸ। ਐਕਚੁਅਲੀ ਸੋਲਿਡਸ ਦੇ ਵਿੱਚ 3 ਤਰ੍ਹਾਂ ਦੀ ਥਰਮਲ ਐਕਸਪੈਂਸ਼ਨ ਹੋ ਸਕਦੀਆਂ, ਮਤਲਬ ਆਪਣੇ ਕੋਲ ਕੋਈ ਵੀ ਸੋਲਿਡ ਹੈ, ਅਗਰ ਮੇਰੇ ਕੋਲ ਸੋਲਿਡ ਬਹੁਤ ਪਤਲੀ ਜੀ ਹੈ, ਇੱਕ ਤਾਰ ਟਾਈਪ ਹੈ, ਉਹ ਜਿਹੜੀ ਤਾਰ ਹੈ ਉਹਨੂੰ ਮੈਂ ਅਗਰ ਗਰਮ ਕਰੂੰਗੀ, ਹੀਟ ਕਰੂੰਗੀ ਤਾਂ ਉਹ ਲੈਂਥ ਵਾਈਜ਼ ਐਕਸਪੈਂਡ ਹੋ ਜਾਊਗਾ। ਤਾਂ ਜਦੋਂ ਕੋਈ ਵੀ ਸੋਲਿਡ ਲੈਂਥ ਵਾਈਜ਼ ਐਕਸਪੈਂਡ ਹੋਵੇ ਉਹਨੂੰ ਆਪਾਂ ਲੀਨੀਅਰ ਐਕਸਪੈਂਸ਼ਨ ਕਹਿੰਦੇ ਹਾਂ। ਵੈਸੇ ਜਿਹੜੀ ਐਕਸਪੈਂਸ਼ਨ 3 ਤਰ੍ਹਾਂ ਦੀਆਂ ਹੁੰਦੀਆਂ, ਲੀਨੀਅਰ ਐਕਸਪੈਂਸ਼ਨ, ਏਰੀਅਲ ਐਕਸਪੈਂਸ਼ਨ, ਏਰੀਅਲ ਮਤਲਬ ਏਰੀਆ ਵਾਈਜ਼, ਇੱਕ ਹੁੰਦੀ ਆਪਣੇ ਕੋਲ ਮਤਲਬ ਵੋਲੀਅਮ ਐਕਸਪੈਂਸ਼ਨ ਮਤਲਬ ਵੋਲੀਅਮ ਵਾਈਜ਼। ਪਹਿਲਾਂ ਆਪਾਂ ਲੀਨੀਅਰ ਐਕਸਪੈਂਸ਼ਨ ਪੜ੍ਹਦੇ ਹਾਂ, 1 ਬਾਏ 1 ਦੋਨੋਂ ਫਿਰ ਪੜ੍ਹ ਲਾਂਗੇ। ਠੀਕ ਹੈ, ਅਗਰ ਮੇਰੇ ਕੋਲ ਇੱਕ ਬਹੁਤ ਰੋਡ ਜਾਂ ਵਾਇਰ ਟਾਈਪ ਦੀ ਮੇਰੇ ਕੋਲ ਕੋਈ ਸੋਲਿਡ ਹੈ ਨਾ, ਅਤੇ ਮੈਂ ਉਹਨੂੰ ਮਤਲਬ ਹੀਟ ਕਰਦੀ ਪਈ ਹਾਂ, ਹੀਟ ਕਰਨ 'ਤੇ ਕੀ ਹੋਊਗਾ, ਉਹਦਾ ਸਾਈਜ਼ ਇਨਕਰੀਜ਼ ਹੋ ਜਾਊਗਾ ਥੋੜ੍ਹਾ ਜਿਹਾ, ਅਤੇ ਸਾਈਜ਼ ਜਿਹੜਾ ਉਹ ਇਨਕਰੀਜ਼ ਹੋਣ ਤੋਂ ਬਾਅਦ ਉਹਨੂੰ ਆਪਾਂ ਕੀ ਕਹਾਂਗੇ, ਥਰਮਲ ਐਕਸਪੈਂਸ਼ਨ ਹੋ ਗਈ, ਅਤੇ ਉਹ ਥਰਮਲ ਐਕਸਪੈਂਸ਼ਨ ਨੂੰ ਮੈਂ ਕੀ ਕਹੂੰਗੀ, ਲੀਨੀਅਰ ਐਕਸਪੈਂਸ਼ਨ। ਹੁਣ ਜਿਹੜੀ ਉਹ ਲੀਨੀਅਰ ਐਕਸਪੈਂਸ਼ਨ ਹੋਈ ਹੈ, ਲੈਟ ਕਰ ਲਓ ਕਿ ਮੇਰੇ ਕੋਲ ਇੱਕ ਰੋਡ ਸੀਗੀ ਜਾਂ ਮੇਰੇ ਕੋਲ ਇੱਕ ਵਾਇਰ ਸੀਗੀ, ਉਹ ਵਾਇਰ ਦਾ ਐਕਚੁਅਲ ਜਿਹੜੀ ਲੈਂਥ ਸੀਗੀ ਉਹ L ਸੀਗੀ, ਪਤਾ ਨਹੀਂ ਕਿੰਨੀ ਲੈਂਥ, ਲੈਟ ਕਰ ਲਓ ਕਿ L ਸੀਗੀ, ਅਤੇ ਉਹਨੂੰ ਹੀਟ ਕਰਨ 'ਤੇ ਮੈਂ ਕੁਛ ਵੀ ਨੂੰ ਟੈਂਪਰੇਚਰ ਦੇਤਾ, ਮੰਨ ਲਓ ਮੈਂ ਡੈਲਟਾ T ਟੈਂਪਰੇਚਰ ਦੇਤਾ। ਡੈਲਟਾ ਕੀ ਹੈ ਵੀ ਕਿੰਨਾ ਟੈਂਪਰੇਚਰ ਚੇਂਜ, ਵੈਸੇ ਟੈਂਪਰੇਚਰ ਕਿੰਨੇ 'ਤੇ ਪਈ ਸੀ ਅਤੇ ਮੈਂ ਕਿੰਨਾ ਟੈਂਪਰੇਚਰ ਚੇਂਜ ਕਰਕੇ ਉਹਨੂੰ ਹੀਟ ਕਰਨਾ ਸ਼ੁਰੂ ਕਰਤਾ। ਡੈਲਟਾ T ਟੈਂਪਰੇਚਰ ਮੈਂ ਉਹਨੂੰ ਗਰਮ ਕੀਤਾ ਤਾਂ ਥੋੜ੍ਹੀ ਲੈਂਥ ਵਾਈਜ਼ ਐਕਸਪੈਂਡ ਹੋ ਗਈ, ਜਿੰਨੀ ਕੁ ਐਕਸਪੈਂਡ ਹੋਈ ਉਹਨੂੰ ਮੈਂ ਲੈਟ ਕਰ ਲਈ ਡੈਲਟਾ L ਹੈ। ਡੈਲਟਾ ਤੁਸੀਂ ਨਾਮ ਯਾਦ, ਡੈਲਟਾ ਮਤਲਬ ਹੁੰਦਾ ਚੇਂਜ, ਤਾਂ ਮਤਲਬ ਉਹ ਪਹਿਲਾਂ L ਵੈਲਿਊ ਸੀਗੀ, ਮੈਂ ਥੋੜ੍ਹੀ ਜਦੋਂ ਉਹਨੂੰ ਟੈਂਪਰੇਚਰ ਦਿੱਤਾ, ਟੈਂਪਰੇਚਰ ਦੇਣ 'ਤੇ ਉਹਦੀ ਲੈਂਥ ਕਿੰਨੀ ਹੋ ਗਈ, ਡੈਲਟਾ L। ਠੀਕ ਹੈ, ਤਾਂ ਜਿਹੜੀ ਵੀ ਹੁਣ ਇਹ ਅਮਾਊਂਟ ਆਫ ਲੀਨੀਅਰ ਐਕਸਪੈਂਸ਼ਨ ਹੋਈ ਹੈ, ਇਹ ਵੀ ਫਿਰ 3 ਫੈਕਟਰਸ 'ਤੇ ਡਿਪੈਂਡ ਕਰੂਗੀ। ਕਿਹਦੇ 'ਤੇ ਡਿਪੈਂਡ ਕਰੂਗੀ, ਪਹਿਲਾਂ ਤਾਂ ਓਰੀਜਨਲ ਲੈਂਥ ਕਿੰਨੀ ਸੀਗੀ ਉਹਦੀ,
ओरिजिनल लेंथ तो बाद डिपेंड करूगी मैं टैंपरेचर कितना दे रही है, राइज इन टैंपरेचर। फिर डिपेंड करती है नेचर ऑफ द सॉलिड, भी सॉलिड कितना दा सी एक्चुअली। तो जी लीनियर एक्सपेंशन है वो भी फर्दर 3 मतलब फैक्टर्स से डिपेंड करती है। तो लैट कर लो कि जी ओरिजिनल लेंथ सीगी इस रॉड की, ओरिजिनल लेंथ सीगी L। जो मैं इनक्रीज़ करता, इनक्रीज़ टैंपरेचर इनक्रीज़ करता, टैंपरेचर इनक्रीज़ करन ते की है लीनियर एक्सपेंशन हुई तो डेल्टा L चेंज होगी। हुण जी न्यू लेंथ आई है डेल्टा L एक आते बराबर होगी, पहला तो डायरैक्टली प्रपोर्शनल होगी कि जी वो ओरिजिनल लेंथ सी ते नाल ही मल्टीप्लाई विच जिन्ना मैं टैंपरेचर दे रही हैं। ये फार्मूला यूज़ करना है, बस तुसीं ड्राइव नहीं करना फार्मूला, वो अपना नैक्सट क्लासिस आऊगा। सिर्फ आप लर्न रखना होंदा है कि जी चेंज लेंथ कितनी चेंज हुई, चेंज इन लेंथ इज़ डायरैक्टली प्रपोर्शनल टू ओरिजिनल लेंथ मल्टीप्लाई मैं टैंपरेचर कितना दे रही सी। ठीक है, हुण मैं की करना है, वैसे आप न्यूमैरिकल्स विच की करते डायरैक्टली प्रपोर्शनल नहीं यूज़ कर देंगे, आप इज़ इक्वल टू यूज़ करते होंगे हैं। मैं डायरैक्टली प्रपोर्शनल हटा के इज़ इक्वल टू लिखन लगी, देखो किवें डेल्टा L रखो उवें डायरैक्टली प्रपोर्शनल जगह तो लिख दो इज़ इक्वल टू। इज़ इक्वल टू लिखण तो बाद आपां एक कॉन्सटेंट लिखना होंदा, कोई ना कोई कुछ भी आप कॉन्सटेंट लिख सकते होंगे। वैसे की होंदा लीनियर एक्सपेंशन हमेशा आप अल्फा यूज़ करते हैं कॉन्सटेंट, तुसीं कोई होर नहीं करना, आप लीनियर एक्सपेंशन अल्फा यूज़ करना वरना आप कन्फ्यूज़ हो जाएंगे। ठीक है, तो कितना आ जाऊगा अल्फा L डेल्टा टी, L डेल्टा टी का एस सच आ गया, अल्फा मैं एज मतलब प्रपोर्शनलिटी जो हटाई सीगी उत्थे अल्फा पाता सीगा। ठीक है, समझ आ गया, डेल्टा L इज़ इक्वल्स टू अल्फा L डेल्टा टी, ये आ गया अपने कोल। हुण जिहड़ा मैं अल्फा पाया एक कॉन्सटेंट पाया, इन्हूं मैं कॉन्सटेंट नूं नाम की दूंगी, कॉन्सटेंट का नाम हुंदा है कोफिशिएंट ऑफ लीनियर एक्सपेंशन। कई बार डेफिनेशन आ जाती होंदी है भी डिफाइन कोफिशिएंट ऑफ लीनियर एक्सपेंशन, तो डिफाइन किवें करोगे, पहले दी अल्फा की वैल्यू कढ लो, डेल्टा L रखो उवें, L मल्टीप्लाई टी इधर मल्टीप्लाई च जाके डिवाइड कर दो, इत्थे L मल्टीप्लाई टी इज़ इक्वल्स टू अल्फा। तो अल्फा या कोफिशिएंट ऑफ लीनियर एक्सपेंशन की डेफिनेशन की बन जूगी इनक्रीज इन द लेंथ पर यूनिट टोटल लेंथ मल्टीप्लाई राइज इन टैंपरेचर। मतलब ये फार्मूला भी आप यूज़ करांगे न्यूमैरिकल्स विच, हुण आपां न्यूमैरिकल्स भी अगे करांगे। ठीक है, ये फार्मूला लर्न रखना आपां। तो जिहड़ा इत्थे हुण आपां कोफिशिएंट ऑफ लीनियर एक्सपेंशन फाइंड आउट कीता सी अल्फा, वो जिहड़ा हुंदा है ये लीनियर एक्सपेंशन हमेशा रॉड या वायर विच ही होगा, क्योंकि रॉड या वायर जिहड़ी होगी लीनियर वाइज एक्सपैंड करूगी, वो कदे एरिया या हाइट वाइज नहीं एक्सपैंड, एरिया या वॉल्यूम वाइज नहीं एक्सपैंड करदी हुंदी। तो रॉड या वायर की फॉर्म च लीनियर एक्सपेंशन होगा। तो लीनियर एक्सपेंशन डेफिनेशन की है इनक्रीज इन इट्स लेंथ, भी जिन्नी लेंथ इनक्रीज हुई पर यूनिट ओरिजिनल लेंथ पर डिग्री राइज इन टैंपरेचर, वो वैल्यू होगी अपने कोल अल्फा दी, वो अपने कोल डेफिनेशन होगी अल्फा दी। तो अल्फा की अपने कोल एक SI यूनिट होंदी है। हुण SI यूनिट की होंदी ध्यान नाल देखो, ये पहला अपने कोल हैगा डेल्टा L, L मतलब लेंथ, लेंथ की मतलब यूनिट की होगी SI यूनिट मीटर। ठीक है, ओवर L मतलब लेंथ, लेंथ की SI यूनिट की होगी मीटर। ये हैगा अपने कोल डेल्टा T, डेल्टा T मीनस टैंपरेचर, टैंपरेचर की SI यूनिट की होंदी अपने कोल कैल्विन, पता ना टैंपरेचर की SI यूनिट कैल्विन होंदी है ना, तो इज़ इक्वल्स टू अल्फा। तो मीटर नाल मीटर कैंसल हो गया, कितना आ गया 1/केल्विन इज़ इक्वल्स टू अल्फा, मतलब अल्फा की SI यूनिट कितनी आ जाऊगी, इन उपर लै जाओ पर डिग्री कैल्विन, कितना आ जाऊगा अपने कोल अल्फा की अपने कोल SI यूनिट आ जाऊगी पर डिग्री कैल्विन। पर मैं तो -1 क्यों पा रही हूँ, क्योंकि के नीचे सी कैल्विन नीचे सी, मैंने उपर ले जाना होंदा है। तो अपने कोल अल्फा की SI यूनिट कितनी आ गई पर डिग्री कैल्विन। पर जे इन्हूं आपां डिग्री सैल्शियस की फॉर्म च लिखना वो भी लिख सकते हैं, इत्थे कितना आ जाऊगा पर डिग्री सैल्शियस, ये हुंदा पर डिग्री सैल्शियस, या इदां लिख सकते हो पर डिग्री सैल्शियस। ये अपने कोल हुंदा SI यूनिट, आ वाली हुंदी अपने कोल SI यूनिट, ये आपां अदर यूनिट विच वी आर यूजिंग इन ऑर्डर टू यूज़ फॉर द डिग्री सैल्शियस। ओके, नैक्सट आ गया अपने को सैकेंड टाइप ऑफ एक्सपेंशन, दैट इज़ एरिया या सुपरफिशियल एक्सपेंशन भी इन्हूं बोलते हैं। जो तो लेंथ वाइज एक्सपैंड किया सी कोई भी सॉलिड जो रॉड या लेंथ होगी है ना, उन्होंने पर लीनियर एक्सपेंशन बोलते थे। हम मेरे को कोई भी एक हैगा सॉलिड वो शीट की फॉर्म च है, शीट मतलब जिहदी एक लेंथ भी जिहदी एक ब्रैथ भी है। जो कोई भी सॉलिड एक अपने को थिन शीट की फॉर्म च होवे, पतली शीट की फॉर्म च होवे, पतली मैं क्यों कह रही क्योंकि जो मोटी होगी तो मोटी होंदी उहदी हाइट भी होगी, तो मोटी शीट नहीं लैनी, आप हमेशा एरिया में पतली शीट ही होंदी है। तो जो भी मैं पतली शीट नूं की हीट करना शुरू करूँगी तो वो लेंथ भी इनक्रीज़ करूँगी, वो ब्रैथ भी इनक्रीज़ करूँगी। वैसे ओरिजिनली जो एरिया सीगा वो A सीगा, बट जो मैं हीट किया, हीट करन ते की है उहदा जो एरिया थोड़ा वध के डेल्टा A बन गया। समझ आ गया, तो ये इनक्रीज़ ऑफ द एरिया ऑफ एनी सॉलिड जो लेंथ ते ब्रैथ दोनों इनक्रीज़ करदी हैं, उन्होंने आप एरिया एक्सपेंशन या सुपरफिशियल एक्सपेंशन भी कहते हैं। हुण इत्थे फिर वेखो, जिन्ना भी एरिया वधिया वो डायरैक्टली प्रपोर्शनल हुंदा है, कितना एरिया चेंज होया वो डायरैक्टली प्रपोर्शनल हुंदा है ओरिजिनल एरिया दे ते नाल ही मल्टीप्लाई बाय द
ਚੇਂਜ ਇਨ ਟੈਂਪਰੇਚਰ, ਵੀ ਮੈਂ ਟੈਂਪਰੇਚਰ ਕਿੰਨਾ ਨੀਚੇ ਦੀ ਦੇ ਰਹੀ ਸੀਗੀ ਉਹ ਵਾਲੀ, ਠੀਕ ਹੈ। ਹੁਣ ਕੀ ਹੋਊਗਾ, ਆਪਾਂ ਨੂਮੈਰੀਕਲ 'ਚ ਡਾਇਰੈਕਟਲੀ ਪ੍ਰਪੋਰਸ਼ਨਲ ਦਾ ਯੂਜ਼ ਨਹੀਂ ਕਰਨਾ ਹੁੰਦਾ, ਆਪਾਂ ਇਜ਼ ਇਕੁਅਲ ਟੂ ਯੂਜ਼ ਕਰਨਾ ਹੁੰਦਾ, ਤਾਂ ਡਾਇਰੈਕਟਲੀ ਪ੍ਰਪੋਰਸ਼ਨਲ ਨੂੰ ਇਜ਼ ਇਕੁਅਲ ਟੂ ਚੇਂਜ ਕਰ ਲਓ। ਡੈਲਟਾ ਏ ਡਾਇਰੈਕਟਲੀ ਵਿਲ ਕਨਵਰਟ ਇਨਟੂ ਇਜ਼ ਇਕੁਅਲਸ ਟੂ, ਹੁਣ ਦੇਖੋ ਲੀਨੀਅਰ 'ਚ ਆਪਾਂ ਯੂਜ਼ ਕਰਦੇ ਸੀ ਅਲਫਾ, ਬਟ ਏਰੀਆ ਜਾਂ ਸੁਪਰਫਿਸ਼ੀਅਲ 'ਚ ਆਪਾਂ ਯੂਜ਼ ਕਰਦੇ ਹੁੰਦੇ ਹਾਂ ਬੀਟਾ। ਅਲਫਾ ਬੀਟਾ, ਵੋਲੀਅਮ 'ਚ ਕਰਾਂਗੇ ਗਾਮਾ। ਹੁਣ ਲਰਨ ਰੱਖਿਓ, ਤਾਂ ਆਪਾਂ ਏਰੀਆ 'ਚ ਕੀ ਯੂਜ਼ ਕਰਾਂਗੇ, ਇੱਥੇ ਬੀਟਾ, ਡਾਇਰੈਕਟਲੀ ਜਗ੍ਹਾ ਆਪਾਂ ਪਾਤਾ ਇਕੁਅਲ ਟੂ, ਨਾਲ ਹਮੇਸ਼ਾ ਹੀ ਕੌਨਸਟੈਂਟ ਪਾਣਾ ਹੀ ਪਾਣਾ ਹੁੰਦਾ ਹੈ। ਕਦੇ ਵੀ ਤੁਸੀਂ 9-10 'ਚ ਡੈਰੀਵੇਸ਼ਨਸ ਕਰੋਗੇ ਨਾ, ਉੱਥੇ ਵੀ ਐਂ ਕਰੋਗੇ, ਡਾਇਰੈਕਟਲੀ ਹਟਾ ਕੇ ਇੱਕ ਕੌਨਸਟੈਂਟ ਪਾਣਾ ਹੁੰਦਾ, ਅਤੇ ਮੈਂ ਕੌਨਸਟੈਂਟ ਕੀ ਪਾਤਾ ਬੀਟਾ, ਏ ਡੈਲਟਾ ਟੀ ਰੱਖੋ ਐਜ਼ ਸੱਚ। ਹੁਣ ਮੈਂ ਲਿਖਣੀ ਡੈਫੀਨੇਸ਼ਨ ਆਫ ਬੀਟਾ, ਆਪਾਂ ਸੱਚ ਹਾਂ ਬੀਟਾ ਨੂੰ ਆਪਾਂ ਇਹ ਵੀ ਲਿਖ ਸਕਦੇ ਹਾਂ ਕੋਫੀਸ਼ੀਐਂਟ ਆਫ ਏਰੀਆ ਜਾਂ ਸੁਪਰਫਿਸ਼ੀਅਲ ਐਕਸਪੈਂਸ਼ਨ। ਜਿਵੇਂ ਅਲਫਾ ਨੂੰ ਲਿਖਦੇ ਸੀਗੇ ਕੋਫੀਸ਼ੀਐਂਟ ਆਫ ਲੀਨੀਅਰ ਐਕਸਪੈਂਸ਼ਨ, ਉਵੇਂ ਬੀਟਾ ਨੂੰ ਲਿਖਦੇ ਹਾਂ ਕੋਫੀਸ਼ੀਐਂਟ ਆਫ ਸੁਪਰਫਿਸ਼ੀਅਲ ਐਕਸਪੈਂਸ਼ਨ। ਹੁਣ ਇਹ ਡੈਫੀਨੇਸ਼ਨ ਕੀ ਬਣੂਗੀ, ਦੇਖੋ ਆਪਾਂ ਬੀਟਾ ਦੀ ਵੈਲਿਊ ਕੱਢਣੀ ਹੈ, ਡੈਲਟਾ ਏ ਰੱਖੋ ਐਜ਼ ਸੱਚ, ਏ ਮਲਟੀਪਲਾਈ ਡੈਲਟਾ ਟੀ ਆ ਜਾਊਗਾ ਡਿਵਾਈਡ ਵਿੱਚ ਨੀਚੇ, ਠੀਕ ਹੈ, ਇਜ਼ ਇਕੁਅਲਸ ਟੂ ਬੀਟਾ। ਬੀਟਾ ਦੀ ਡੈਫੀਨੇਸ਼ਨ ਕੀ ਆ ਗਈ, ਉਹ ਮੈਂ ਤੁਹਾਨੂੰ ਅੱਗੇ ਸਲਾਈਡ ਵਿੱਚ ਦੱਸਦੀ ਹਾਂ। ਤਾਂ ਇੱਥੇ ਪਹਿਲਾਂ ਫਾਰਮੂਲਾ ਦੇਖ ਲਓ, ਫਾਰਮੂਲਾ ਕਿੰਨਾ ਆ ਜਾਊਗਾ, ਬੀਟਾ ਇਜ਼ ਇਕੁਅਲਸ ਟੂ ਡੈਲਟਾ ਏ, ਦੈਟ ਇਜ਼ ਚੇਂਜ ਇਨ ਟੈਂਪਰੇਚਰ ਪਰ ਯੂਨਿਟ ਓਰੀਜਨਲ, ਚੇਂਜ ਇਨ ਏਰੀਆ ਪਰ ਯੂਨਿਟ ਓਰੀਜਨਲ ਏਰੀਆ ਪਰ ਡਿਗਰੀ ਰਾਈਜ਼ ਇਨ ਟੈਂਪਰੇਚਰ। ਇਹ ਆਪਣੇ ਕੋਲ ਹੋ ਗਈ ਡੈਫੀਨੇਸ਼ਨ, ਠੀਕ ਹੈ। ਇਹ ਫਾਰਮੂਲਾ ਲਰਨ ਰੱਖੋ, ਨਾਲ ਦੀ ਨਾਲ ਆਪਣੇ ਕੋਲ ਅਗਲੀ ਹੈ ਡੈਫੀਨੇਸ਼ਨ ਲਰਨ ਰੱਖੋ। ਡੈਫੀਨੇਸ਼ਨ ਕੀ ਹੁੰਦਾ, ਕੋਫੀਸ਼ੀਐਂਟ ਆਫ ਸੁਪਰਫਿਸ਼ੀਅਲ ਐਕਸਪੈਂਸ਼ਨ ਦੈਟ ਇਜ਼ ਬੀਟਾ, ਇਹ ਇੱਕ ਫਾਰਮ ਆਫ ਥਿਨ ਸ਼ੀਟ ਵਿੱਚ ਹੋਊਗੀ, ਕਦੇ ਥਿਕ ਸ਼ੀਟ ਨਹੀਂ ਲੈਣੀ, ਥਿਨ ਸ਼ੀਟ ਲੈਣੀ। ਡਿਫਾਈਨ ਕਿਵੇਂ ਹੋਊਗੀ, it is defined as, beta is defined as increase in the area length नहीं आऊगा, increase in its length नहीं आऊगा, increase in its area per unit original area per degree rise in temperature। इन्हों ਆਪਾਂ ਕਵਾਂਗੇ ਕੀ ਹੈ ਇਹ coefficient of superficial या aerial expansion, ਠੀਕ ਹੈ। ਇਹਦੀ ਵੀ ਐਸਏ ਯੂਨਿਟ ਕਿੰਨੀ ਹੋਊਗੀ, ਧਿਆਨ ਨਾਲ ਦੇਖੋ, ਬੀਟਾ ਇਜ਼ ਇਕੁਅਲਸ ਟੂ, ਐਸਏ ਯੂਨਿਟ ਕੈਲਕੂਲੇਟ ਕਰਨ ਲੱਗੇ ਆ। ਵੈਸੇ ਏਰੀਆ ਦੀ ਐਸਏ ਯੂਨਿਟ ਕੀ ਹੁੰਦੀ ਹੈ, ਮੀਟਰ ਸਕੁਅਰ, ਓਵਰ ਆਵਲੀ ਏਰੀਆ ਦੀ ਵੀ ਕੀ ਹੋਊਗੀ, ਮੀਟਰ ਸਕੁਅਰ। ਟੈਂਪਰੇਚਰ ਦੀ ਕੀ ਹੁੰਦੀ ਹੈ, ਕੈਲਵਿਨ। ਮੀਟਰ ਸਕੁਅਰ ਨਾਲ ਮੀਟਰ ਸਕੁਅਰ ਕੈਂਸਲ ਹੋ ਜਾਊਗਾ, ਬੀਟਾ ਦੀ ਵੈਲਿਊ ਕਿੰਨੀ ਆ ਜਾਊਗੀ, 1 ਕੈਲਵਿਨ। ਅਤੇ ਐਸਏ ਯੂਨਿਟ ਕਿੰਨੀ ਬਣ ਗਈ ਬੀਟਾ ਦੀ, ਐਸਏ ਯੂਨਿਟ ਬਣ ਗਈ ਪਰ ਡਿਗਰੀ, ਡਿਗਰੀ ਸੱਚ ਹੁੰਦੀ ਹੈ ਇਹਦੇ 'ਚ ਕੈਲਵਿਨ, ਪਰ ਕੈਲਵਿਨ। ਤਾਂ ਐਸਏ ਯੂਨਿਟ ਕਿੰਨੀ ਬਣ ਗਈ, ਪਰ ਕੈਲਵਿਨ। ਜੇ ਆਪਾਂ ਉਹਦੇ ਵੀ ਲਿਖਣੀ ਹੈ ਡਿਗਰੀ ਸੈਲਸੀਅਸ, ਤਾਂ ਕਿੰਨੇ ਬਣ ਜੂਗੀ, ਪਰ ਡਿਗਰੀ ਸੈਲਸੀਅਸ, ਠੀਕ ਹੈ। ਹੁਣ ਆਪਣੇ ਕੋਲ ਰਿਲੇਸ਼ਨ ਵੀ ਗਿਵਨ ਹੈ, ਜਿਹੜੀ ਵੈਲਿਊ ਹੁੰਦੀ ਹੈ ਕੋਫੀਸ਼ੀਐਂਟ ਆਫ ਸੁਪਰਫਿਸ਼ੀਅਲ ਐਕਸਪੈਂਸ਼ਨ ਦੀ, ਬੀਟਾ ਦੀ ਵੈਲਿਊ, ਇਹ ਬੀਟਾ ਦੀ ਵੈਲਿਊ ਵੀ ਡਿਪੈਂਡ ਕਰਦੀ ਹੈ ਵੀ ਸੋਲਿਡ ਦਾ ਮਟੀਰੀਅਲ ਕਿੱਦਾਂ ਦਾ। ਜਿਹੜੀ ਬੀਟਾ ਦੀ ਵੈਲਿਊ ਹੈ ਬੀਟਾ ਦੀ, ਉਹ ਡਿਪੈਂਡ ਕਰਦੀ ਹੈ ਵੀ ਸੋਲਿਡ ਦਾ ਮਟੀਰੀਅਲ ਕਿੱਦਾਂ ਦਾ। ਕਈ ਵਾਰ ਸੋਲਿਡ ਦਾ ਮਟੀਰੀਅਲ ਕਿਵੇਂ ਹੁੰਦਾ, ਉਸ ਹਿਸਾਬ ਨਾਲ ਐਕਸਪੈਂਡ ਕਰਦੀ ਹੈ, ਤਾਂ ਡਿਪੈਂਡ ਕਰਦੀ ਰਹਿੰਦੀ ਹੈ। ਇੱਥੇ ਆਪਾਂ ਨੂੰ ਇੱਕ ਰਿਲੇਸ਼ਨ ਗਿਵਨ ਹੈ, ਇਹ ਆਪਾਂ ਨੂੰ ਦੱਸਿਆ ਕਿ ਕੋਈ ਵੀ ਇੱਕ ਗਿਵਨ ਮਟੀਰੀਅਲ ਲਈ, ਕੋਈ ਵੀ ਮੇਰੇ ਕੋਲ ਇੱਕ ਮਟੀਰੀਅਲ ਹੈ, ਇਹ ਮਟੀਰੀਅਲ ਦਾ ਅਲਫਾ ਅਤੇ ਬੀਟਾ ਕਿਵੇਂ ਰਿਲੇਟ ਕਰਦੇ ਹੈ। ਜਿਹੜਾ ਏਰੀਅਲ ਐਕਸਪੈਂਸ਼ਨ ਹੁੰਦਾ ਹੈ ਉਹ ਟਵਾਈਸ ਹੁੰਦਾ ਲੀਨੀਅਰ ਐਕਸਪੈਂਸ਼ਨ ਦੇ, ਇਹ ਤੁਸੀਂ ਲਰਨ ਰੱਖਣਾ। ਜਿਹੜਾ ਇੱਕ ਕੋਫੀਸ਼ੀਐਂਟ ਆਫ ਏਰੀਅਲ ਐਕਸਪੈਂਸ਼ਨ ਹੁੰਦਾ, ਦੈਟ ਇਜ਼ ਟਵਾਈਸ ਆਫ ਦ ਲੀਨੀਅਰ ਐਕਸਪੈਂਸ਼ਨ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਵੋਲੀਅਮ ਐਕਸਪੈਂਸ਼ਨ। ਹੁਣ ਵੋਲੀਅਮ ਐਕਸਪੈਂਸ਼ਨ ਕੀ ਹੁੰਦਾ ਹੈ, ਪਹਿਲਾਂ ਤਾਂ ਆਪਾਂ ਵੇਖਿਆ ਸੀਗਾ ਇੱਕ ਰੋਡ ਸ਼ੇਪ ਲੈ ਲਓ, ਉਹਨੂੰ ਹੀਟ ਕਰੋ, ਲੈਂਥ ਵਾਈਜ਼ ਐਕਸਪੈਂਡ ਕਰ ਜੂਗੀ। ਫਿਰ ਇੱਕ ਪਤਲੀ ਥਿਨ ਸ਼ੀਟ ਲੈ ਲਓ, ਉਹਨੂੰ ਹੀਟ ਕਰ ਦਿਓ, ਉਹ ਲੈਂਥ ਬ੍ਰੈਡਥ ਮਤਲਬ ਏਰੀਆ ਵਾਈਜ਼ ਐਕਸਪੈਂਡ ਕਰ ਜੂਗੀ। ਹੁਣ ਕੀ ਕਰਨਾ, ਆਪਾਂ ਇੱਕ ਵੱਡਾ ਸਾਰਾ ਕਿਊਬ ਲੈਣਾ ਹੈ ਜਾਂ ਕਿਊਬੋਇਡ ਲੈਣਾ ਹੈ, ਸਫੀਅਰ, ਸਿਲੰਡਰ, ਕੋਈ ਇੱਕ ਬਲਕ ਵਿੱਚ ਸਮਾਨ ਲੈਣਾ ਹੈ। ਹੁਣ ਉਹ ਬਲਕ ਵਿੱਚ ਸਮਾਨ ਵਿੱਚ ਕੀ ਹੋਊਗਾ, ਉਹਦੀ ਲੈਂਥ ਵੀ ਹੋਊਗੀ, ਬ੍ਰੈਡਥ ਵੀ ਹੋਊਗੀ, ਉਹਦੀ ਹਾਈਟ ਵੀ ਹੋਊਗੀ, ਠੀਕ ਹੈ। ਜਦੋਂ ਆਪਾਂ ਉਹ ਚੀਜ਼ ਨੂੰ ਹੀਟ ਕਰਾਂਗੇ, ਹੀਟ ਕਰਨ 'ਤੇ ਉਹਦਾ ਪੂਰਾ ਵੋਲੀਅਮ ਹੀ ਐਕਸਪੈਂਡ ਕਰ ਜੂਗਾ, ਤਾਂ ਇਹਨੂੰ ਆਪਾਂ ਬੋਲਦੇ ਹਾਂ ਵੋਲੀਅਮ ਐਕਸਪੈਂਸ਼ਨ। ਹੁਣ ਇਹ ਵੋਲੀਅਮ ਐਕਸਪੈਂਸ਼ਨ ਵੀ ਤਿੰਨ ਜਗ੍ਹਾ 'ਤੇ ਡਿਪੈਂਡ ਕਰਦਾ, 3 ਫੈਕਟਰਸ 'ਤੇ ਡਿਪੈਂਡ ਕਰਦਾ। ਪਹਿਲਾ ਕੀ, ਓਰੀਜਨਲ ਵੋਲੀਅਮ ਕਿੰਨਾ ਸੀਗਾ, ਦੂਜਾ ਡਿਪੈਂਡ ਕਰਦਾ ਰਾਈਜ਼ ਇਨ ਟੈਂਪਰੇਚਰ, ਤੀਜਾ ਡਿਪੈਂਡ ਕਰਦਾ ਨੇਚਰ ਆਫ ਦਾ ਸੋਲਿਡ ਮਟੀਰੀਅਲ, ਠੀਕ ਹੈ। ਅਤੇ ਜਿੰਨਾ ਵੀ ਇਨਕਰੀਜ਼ ਹੋਇਆ ਵੋਲੀਅਮ ਦਾ, ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ ਐਕਚੁਅਲ ਵੋਲੀਅਮ ਕਿੰਨਾ ਸੀਗਾ ਅਤੇ ਟੈਂਪਰੇਚਰ ਆਪਾਂ ਕਿੰਨਾ ਦੇ ਰਹੇ ਹਾਂ, ਠੀਕ ਹੈ। ਇਹਦੇ 'ਚ ਕੀ ਹੋਊਗਾ, ਹੁਣ ਡਾਇਰੈਕਟਲੀ ਜਗ੍ਹਾ ਕੀ ਯੂਜ਼ ਹੋਊਗਾ, ਇਜ਼ ਇਕੁਅਲ ਟੂ ਦਾ ਡੈਲਟਾ ਵੀ ਇਜ਼ ਇਕੁਅਲਸ ਟੂ, ਇੱਥੇ ਆਪਾਂ ਹਟਾ ਕੇ ਕੁਛ ਕੋਫੀਸ਼ੀਐਂਟ ਆਫ ਵੋਲੀਅਮ ਐਕਸਪੈਂਸ਼ਨ ਪਾਉਣਾ ਹੈ, ਕੁਛ ਕੌਨਸਟੈਂਟ ਵੈਲਿਊ ਪਾਉਣੀ ਹੈ, ਅਤੇ ਕੌਨਸਟੈਂਟ ਵੈਲਿਊ ਕਿਹੜੀ ਪਾਉਣੀ ਹੈ ਆਪਾਂ, ਗਾਮਾ। ਜਿਵੇਂ ਲੀਨੀਅਰ 'ਚ ਪਾਈ ਸੀ ਅਲਫਾ, ਸੁਪਰਫਿਸ਼ੀਅਲ 'ਚ ਪਾਈ ਸੀ ਬੀਟਾ, ਵੋਲੀਅਮ 'ਚ ਪਾਵਾਂਗੇ ਆਪਾਂ ਗਾਮਾ। ਵੀ ਡੈਲਟਾ ਟੀ ਆ ਜਾਊਗਾ ਐਜ਼ ਸੱਚ। ਹੁਣ ਵੀ ਡੈਲਟਾ ਟੀ ਮਲਟੀਪਲਾਈ ਜਾ ਕੇ ਡਿਵਾਈਡ ਕਰ ਦਿਓ, ਡੈਲਟਾ ਵੀ ਓਵਰ ਵੀ ਡੈਲਟਾ ਟੀ ਇਜ਼ ਇਕੁਅਲਸ ਟੂ ਗਾਮਾ। ਇਹ ਆ ਗਿਆ ਆਪਣੇ ਕੋਲ ਗਾਮਾ ਦਾ ਫਾਰਮੂਲਾ। ਹੁਣ ਕੀ ਕਰੋ, ਇਹਦੇ ਵਿੱਚ ਇਹਦੀ ਡੈਫੀਨੇਸ਼ਨ ਬਣਾ ਲਓ। ਡੈਫੀਨੇਸ਼ਨ ਕੀ ਆਊਗੀ, ਚੇਂਜ ਇਨ ਦਾ ਵੋਲੀਅਮ ਆਫ ਦ ਲਾਈਕ ਕਿਊਬ, ਕਿਊਬੋਇਡ, ਐਨੀ ਮਟੀਰੀਅਲ, ਚੇਂਜ ਇਨ ਦਾ ਵੋਲੀਅਮ ਪਰ ਯੂਨਿਟ ਓਰੀਜਨਲ ਵੋਲੀਅਮ ਪਰ ਡਿਗਰੀ ਰਾਈਜ਼ ਇਨ ਟੈਂਪਰੇਚਰ, ਠੀਕ ਹੈ। ਸੇਮ ਇਹਦੀ ਐਸਏ ਯੂਨਿਟ ਵੀ ਕਿੰਨੀ ਆ ਜਾਊਗੀ, ਐਸਏ ਯੂਨਿਟ ਆ ਜਾਊਗੀ ਗਾਮਾ ਦੀ, ਕੀ ਹੁੰਦਾ ਵੈਸੇ ਡੈਲਟਾ ਵੀ ਓਵਰ ਵੀ ਡੈਲਟਾ ਟੀ ਨਾ। ਵੋਲੀਅਮ ਦੀ ਐਸਏ ਯੂਨਿਟ ਕੀ ਹੁੰਦੀ ਹੈ, ਮੀਟਰ ਕਿਊਬ ਓਵਰ ਵੋਲੀਅਮ ਮੀਟਰ ਕਿਊਬ, ਅਤੇ ਟੈਂਪਰੇਚਰ ਕੀ ਆ ਜਾਊਗਾ, ਕੈਲਵਿਨ। ਮੀਟਰ ਕਿਊਬ ਕੈਂਸਲ, ਇਹਦੇ ਕੀ ਆ ਜਾਊਗਾ ਪਰ ਡਿਗਰੀ ਕੈਲਵਿਨ, ਸੌਰੀ ਪਰ ਕੈਲਵਿਨ, ਨਾਟ ਡਿਗਰੀ,
पर कैलविन आ जाऊगा अपने को SI यूनिट। सिमिलरली CGS नहीं अदर यूनिट किन्नी आ जाऊगी पर डिग्री सैल्शियस। ठीक है, हुण इहदे विच आपां रिलेशन देखना, रिलेशन की हुंदा अपने कोल, ये रिलेशन है गामा इज इक्वल्स टू 3 अल्फा। जिहड़ा गामा हुंदा है वॉल्यूम एक्सपेंशन हुंदा थ्राइस हुंदा है लीनियर एक्सपेंशन दे, ते अपने कोल एक अल्फा बीटा गामा तिन्नां च भी रिलेशन हुंदा है, वो मैं इत्थे लिखिया भी होया, तिन्नां विच रिलेशन लर्न रखना है। आ रहा आ अपने कोल तिन्नां च रिलेशन हुंदा है, की रिलेशन है देखो ध्यान नाल, गामा इज इक्वल्स टू 3/2 बीटा इज इक्वल्स टू 3 अल्फा। इन्हों नोट डाउन कर लो, वेरी इंपॉर्टेंट है दैट व्हाट इज़ द रिलेशन बिटवीन ऑल थ्री लाइक लीनियर सुपरफिशियल एंड वॉल्यूम एक्सपेंशन। तो ये अपने को कोफिशिएंट्स का रिलेशन है। ठीक है, नेक्स्ट आ गया अपने को एग्जाम्पल्स रिलेटेड दिस। फर्स्ट देखो एग्जाम्पल की है, कैलकुलेट द इंक्रीज इन लेंथ। इंक्रीज इन लेंथ कैलकुलेट करनी है ना, मतलब डेल्टा एल कैलकुलेट करना है। तो कैलकुलेट आप करना है डेल्टा एल ऑफ द एलुमीनियम केबल ऑफ लेंथ इन्ना, अपन एक्चुअल लेंथ गिवन है 30 मीटर। वैन द टैंपरेचर राइजेस फ्रॉम दिस टू दिस, मतलब टैंपरेचर चेंज कितना हो गया 45 जो 15 माइनस कर दो, इन्ना टैंपरेचर राइज हो गया, 30 डिग्री सैल्शियस टैंपरेचर राइज होया। गिवन दैट कोफिशिएंट ऑफ लीनियर एक्सपेंशन, अल्फा की वैल्यू मैंने गिवन है 2.4 इंटू 10⁻⁻5 पर डिग्री सैल्शियस। आप डेल्टा एल फाइंड आउट करना है। डेल्टा एल का फार्मूला यूज़ कर लो, डेल्टा एल इज इक्वल्स टू सॉरी अल्फा दी अपन फार्मूला पता होंगे ना, आ भी कर सकते वैसे, डेल्टा एल इज इक्वल्स टू अल्फा एल डेल्टा टी, आ भी यूज़ कर सकते हैं। ठीक है, डेल्टा एल की आ जाऊगा इज इक्वल्स टू अल्फा किन्ना है, अल्फा अपने को हैगा 2.4 इंटू 10⁻⁻5 मल्टीप्लाई लेंथ किन्नी है 30 मल्टीप्लाई चेंज इन टैंपरेचर किन्ना 30। और इन्हों सॉल्व कर लो, 2.4 24/10 लेके चंगी तरह सॉल्व करके डेल्टा एल की वैल्यू आ जाऊगी इन फॉर्म ऑफ मीटर, मीटर की फॉर्म च आंसर आ जाऊगा। ठीक है, सिमिलरली अपने को हैगा सेकंड क्वेश्चन, एन आयरन शीट ऑफ इन्ने मीटर लॉन्ग एंड इन्ना ब्रॉड। अपन मतलब एरिया गिवन है एक्चुअल शीट का, एरिया कितना आ जाऊगा लेंथ मल्टीप्लाई ब्रेथ मीनस 5 मीटर मल्टीप्लाई 2 मीटर, अपन एरिया गिवन है 10 मीटर स्क्वेयर। इट इज़ हीटेड थ्रू 60 डिग्री सेल्सियस, अपन चेंज इन टैंपरेचर गिवन है 60 डिग्री सेल्सियस। कैलकुलेट द चेंज इन सरफेस एरिया, आप डेल्टा ए फाइंड आउट करना है। कोफिशिएंट ऑफ सुपरफिशियल एक्सपेंशन अपन गिवन है, बीटा की वैल्यू अपन गिवन है 2.4 10⁻⁻5 पर डिग्री सैल्शियस। डेल्टा ए करना, डेल्टा ए का फार्मूला की होंगे बीटा ए डेल्टा टी, इंज वैल्यूज पुट कर दो, डेल्टा ए इज इक्वल्स टू बीटा कितना 2.4 इंटू 10⁻⁻5 मल्टीप्लाई ए कितना 10 मल्टीप्लाई चेंज इन टैंपरेचर कितना 60। इन्हों चंगी तरह सॉल्व कर लो, डेल्टा ए की वैल्यू आ जाएगी, डेल्टा ए नू आंसर च रखियो मीटर स्केयर, क्योंकि एरिया हमेशा यूनिट होंगे मीटर स्केयर की। ठीक है, नेक्स्ट आ गया अपने को थर्ड क्वेश्चन, वैन अ कॉपर वायर ऑफ साइड दिस इज हीटेड फ्रॉम दिस टू दिस इट्स वॉल्यूम इंक्रीज। हम कॉपर क्यूब है, क्यूब मतलब इन की होगा वॉल्यूम पहले फाइंड आउट कर लो। वॉल्यूम ऑफ क्यूब होंगे साइड क्यूब मतलब 20 क्यूब, 20 क्यूब का कितना आ जाऊगा 6 मतलब 20 इंटू 20 इंटू 20 2 2 ज़ा 4 4 2 ज़ा 8 कितना आ जाऊगा 8 विद 3 जीरोस, इन्ना आ जाऊगा अपने को इन्ना सेंटीमीटर क्यूब आ जाऊगा वॉल्यूम। ते हीटेड फ्रॉम दिस टू दिस मतलब अपन चेंज इन टैंपरेचर गिवन है 100 - 0 दैट इज 100 डिग्री सेल्सियस। द वॉल्यूम इज इंक्रीज्ड बाय इन्ना, डेल्टा वी भी अपन गिवन है 40 सेंटीमीटर क्यूब। कैलकुलेट द चेंज इन वॉल्यूम एक्सपेंशन कोफिशिएंट, आप एक्सपेंशन कोफिशिएंट मतलब आप गामा फाइंड आउट करना है इत्थे। तो गामा का फार्मूला की होंगे, गामा इज इक्वल्स टू डेल्टा वी ओवर वी डेल्टा टी, ये वैल्यूज पुट कर दो, वैल्यूज पुट करके गामा की वैल्यू आ जाऊगी। ठीक है, नेक्स्ट अपन गिवन है कोफिशिएंट ऑफ लीनियर एक्सपेंशन शीट इज इन्ना, अपन लीनियर एक्सपेंशन मतलब अल्फा की वैल्यू अपन गिवन है, अल्फा की वैल्यू अपन गिवन है। नेक्स्ट वी हैविंग व्हाट आर द वैल्यूज ऑफ इट्स कोफिशिएंट ऑफ लीनियर एंड सुपरफिशियल वॉल्यूम एक्सपेंशन। हम अल्फा की वैल्यू गिवन है, उन्होंने बीटा ते गामा की वैल्यू पूछी है, ये पढ़े से ना बीटा इज इक्वल्स टू 2 अल्फा ते गामा इज इक्वल्स टू 3 अल्फा, इंज वैल्यूज पुट कर दो, अपने को बीटा ते अल्फा की वैल्यू आ जाऊगी, गामा की वैल्यू आ जाऊगी। ठीक है, नैक्सट आ गया अपने को थर्मल एक्सपेंशन इन लिक्विड्स। सॉलिड्स तक तो आप पढ़ लिया कि सॉलिड्स विच की होंगे लेंथ वाइज भी एक्सपैंड होंगे, एरिया वाइज भी एक्सपैंड होंगे तो वॉल्यूम वाइज भी एक्सपैंड होंगे। हुण लिक्विड्स किवें होंगे, देखो लिक्विड्स भी एक्सपैंड करते हीट करते, कोई भी मटीरियल है मैटर है हमें हरेक मैटर मतलब हीटिंग करन ते एक्सपैंड होंदा है। बट लिक्विड विच की होंदा जिहड़े मॉलीक्यूल्स होंदे लूजली पैक्ड होंदे आ, बहुत लूजली पैक्ड होंदे एज कंपेयर टू सॉलिड्स। इसे करके जिहड़ा लिक्विड होंदा वो ज़्यादा एक्सपैंड करते हैं एज कंपेयर टू सॉलिड। सॉलिड बहुत घट एक्सपैंड करते हैं, एक्सपैंड करते हैं जरूर पर थोड़े करते हैं, बट लिक्विड की ज़्यादा एक्सपैंड करते हैं एज कंपेयर टू सॉलिड। बट लिक्विड विच उन्हां दा की है कोई फिक्सड शेप नहीं होंदी, बट उन्हां दा फिक्सड वॉल्यूम होंदा है।
ਜੇ ਫਿਕਸਡ ਸ਼ੇਪ ਨਹੀਂ ਹੁੰਦੀ ਲਿਕੁਇਡ ਵਿੱਚ, ਫਿਕਸਡ ਸ਼ੇਪ ਨਾ ਹੋਣ ਕਰਕੇ ਇੱਕ ਤਾਂ ਲੈਂਥ ਵਾਈਜ਼ ਨਹੀਂ ਐਕਸਪੈਂਡ ਕਰ ਸਕਦੇ ਪ੍ਰੋਪਰਲੀ, ਇੱਕ ਏਰੀਆ ਵਾਈਜ਼ ਨਹੀਂ ਐਕਸਪੈਂਡ ਕਰ ਸਕਦੇ ਕਿਉਂਕਿ ਸ਼ੇਪ ਹੀ ਨਹੀਂ ਫਿਕਸ ਹੈਗੀ, ਸ਼ੇਪ ਨਹੀਂ ਫਿਕਸ ਹੈਗੀ, ਕੋਈ ਲੈਂਥ ਨਹੀਂ ਕੋਈ ਬ੍ਰੈਡਥ ਨਹੀਂ, ਠੀਕ ਹੈ। ਬਟ ਵੋਲੀਅਮ ਤਾਂ ਫਿਕਸ ਹੁੰਦਾ ਨਾ ਲਿਕੁਇਡ ਦਾ। ਅਗਰ ਵੋਲੀਅਮ ਫਿਕਸ ਹੁੰਦਾ ਤਾਂ ਜਿਹੜਾ ਲਿਕੁਇਡਸ ਆ ਉਹਨਾਂ ਵਿੱਚ ਸਿਰਫ ਵੋਲੀਅਮ ਐਕਸਪੈਂਸ਼ਨ ਹੁੰਦੀ ਹੈ। ਜਿਹੜੇ ਆਪਾਂ ਥਰਡ 'ਤੇ ਪੜ੍ਹੀ ਸੀ ਸਾਰਾ ਕੁਛ ਗਾਮਾ ਵਾਲੀ, ਜਿਹੜੇ ਆਪਾਂ ਗਾਮਾ ਵਾਲੀ ਪੜ੍ਹੀ ਸੀ, ਗਾਮਾ ਇਜ਼ ਇਕੁਅਲਸ ਟੂ ਡੈਲਟਾ ਵੀ ਓਵਰ ਵੀ ਡੈਲਟਾ ਟੀ ਵਾਲੀ ਸਾਰੀ ਡੈਰੀਵੇਸ਼ਨ ਸੇਮ ਇੱਥੇ ਵੀ ਉਵੇਂ ਆ ਜਾਊਗੀ ਲਿਕੁਇਡਸ ਵਿੱਚ, ਠੀਕ ਹੈ। ਤਾਂ ਇਸੇ ਕਰਕੇ ਜਿਹੜੀ ਲਿਕੁਇਡਸ ਹੁੰਦੇ ਜੋ ਸਿਰਫ ਵੋਲੀਅਮ ਐਕਸਪੈਂਸ਼ਨ ਹੁੰਦਾ ਕਿਉਂਕਿ ਇਹਨਾਂ ਵਿੱਚ ਵੋਲੀਅਮ ਹੀ ਇਕੱਲਾ ਕੌਨਸਟੈਂਟ ਹੁੰਦਾ ਹੈ। ਅਤੇ ਹੁਣ ਇਹ ਵੀ ਗੱਲ ਹੈਗੀ ਹੈ ਸੋਲਿਡਸ ਵਾਂਗੂ ਡਿਫਰੈਂਟ ਲਿਕੁਇਡਸ ਡਿਫਰੈਂਟਲੀ ਐਕਸਪੈਂਡ ਕਰਦੇ ਆ। ਜਦੋਂ ਆਪਾਂ ਇਕੁਅਲ ਅਮਾਊਂਟ ਆਫ ਟੈਂਪਰੇਚਰ ਦੇ ਰਹੇ ਹਾਂ ਨਾ ਕਿਸੇ ਵੀ ਦੋ ਡਿਫਰੈਂਟ ਲਿਕੁਇਡਸ ਨੂੰ, ਫਾਰ ਐਗਜ਼ਾਮਪਲ ਮੇਰੇ ਕੋਲ ਕੀ ਹੈ ਈਥਰ ਹੈ ਅਤੇ ਐਲਕੋਹਲ ਹੈ। ਈਥਰ ਜ਼ਿਆਦਾ ਮਤਲਬ ਕਿ ਐਕਸਪੈਂਡ ਕਰਦੀ ਹੁੰਦੀ ਹੈ ਐਜ਼ ਕੰਪੇਅਰ ਟੂ ਅਲਕੋਹਲ। ਅਤੇ ਜੇ ਆਪਾਂ ਹੋਰ ਦੇਖੀਏ ਐਲਕੋਹਲ ਅਤੇ ਵਾਟਰ 'ਚੋਂ ਅਲਕੋਹਲ ਜ਼ਿਆਦਾ ਐਕਸਪੈਂਡ ਕਰਦਾ ਵਾਟਰ ਨਾਲੋਂ। ਐਕਚੁਅਲੀ ਡਿਪੈਂਡ ਕਰਦਾ ਹੁੰਦਾ ਕੋਫੀਸ਼ੀਐਂਟ ਆਫ ਇਹਨਾਂ ਦੇ ਵੋਲੀਅਮ ਐਕਸਪੈਂਸ਼ਨ ਕਿੰਨਾ ਹੈ, ਅਕੋਰਡਿੰਗ ਟੂ ਵੋਲੀਅਮ ਆਫ ਕੌਨਸਟੈਂਟ ਵੋਲੀਅਮ ਆਫ ਐਕਸਪੈਂਸ਼ਨ ਦੇ ਅਕੋਰਡਿੰਗ ਹੀ ਐਕਸਪੈਂਡ ਕਰਦੇ ਹੁੰਦੇ ਆ, ਠੀਕ ਹੈ। ਇੱਥੇ ਆਪਾਂ ਨੂੰ ਗਿਵਨ ਹੈ ਜਿਹੜਾ ਵਾਟਰ ਹੈ ਉਹ ਐਨੋਮਲਸ ਐਕਸਪੈਂਸ਼ਨ ਸ਼ੋ ਕਰਦਾ। ਐਨੋਮਲਸ ਐਕਸਪੈਂਸ਼ਨ ਦਾ ਮਤਲਬ ਕੀ ਹੁੰਦਾ ਕਿ ਜਿਹੜਾ ਵਾਟਰ ਜਦੋਂ ਆਪਾਂ ਨੂੰ 0 ਡਿਗਰੀ ਸੈਲਸੀਅਸ ਤੋਂ ਲੈ ਕੇ 4 ਡਿਗਰੀ ਸੈਲਸੀਅਸ ਤੱਕ ਹੀਟ ਕਰਦੇ ਆ ਨਾ, ਤਾਂ 0 ਤੋਂ 4 ਡਿਗਰੀ ਸੈਲਸੀਅਸ ਹੀਟ ਕਰਨ 'ਤੇ ਉਹਦਾ ਵੋਲੀਅਮ ਕੀ ਹੈ ਕੰਟਰੈਕਟ ਕਰਦਾ ਰਹਿੰਦਾ, ਘਟਦਾ ਰਹਿੰਦਾ ਵੋਲੀਅਮ, ਹੀਟ ਕਰਨ 'ਤੇ ਵੋਲੀਅਮ ਘਟਦਾ ਉਹਨਾਂ ਦਾ। ਅਤੇ ਬਟ ਜੇ ਆਪਾਂ 4 ਡਿਗਰੀ ਸੈਲਸੀਅਸ ਦੇ ਬਿਯੋਂਡ ਕਰਦੇ ਹਾਂ ਉਦੋਂ ਉਹਦਾ ਵੋਲੀਅਮ ਕੀ ਜਾ ਕੇ ਐਕਸਪੈਂਡ ਹੁੰਦਾ। ਮਤਲਬ ਕਿ ਇੱਕ ਗਿਵਨ ਮਾਸ ਲਈ ਮਿਨੀਮਮ ਟੂ ਮਿਨੀਮਮ ਆਪਾਂ ਨੂੰ ਐਟਲੀਸਟ 4 ਡਿਗਰੀ ਸੈਲਸੀਅਸ ਟੈਂਪਰੇਚਰ ਦੇਣਾ ਹੀ ਪੈਂਦਾ ਤਾਂ ਜੋ ਕਿ ਉਹਦਾ ਵੋਲੀਅਮ ਐਕਸਪੈਂਡ ਕਰ ਜੇ। ਅਦਰਵਾਈਜ਼ 0 ਤੋਂ ਲੈ ਕੇ 4 ਡਿਗਰੀ ਸੈਲਸੀਅਸ ਤੱਕ ਤਾਂ ਉਹਦਾ ਵੋਲੀਅਮ ਕੀ ਹੈ ਕੰਟਰੈਕਟ ਕਰਦਾ ਰਹਿੰਦਾ ਈਵਨ ਦੋ ਔਨ ਹੀਟਿੰਗ, ਠੀਕ ਹੈ। ਇਹਨੂੰ ਬੋਲਦੇ ਆਪਾਂ ਐਨੋਮਲਸ ਐਕਸਪੈਂਸ਼ਨ, ਅਤੇ ਵਾਟਰ ਕੀ ਹੈ ਐਨੋਮਲਸ ਐਕਸਪੈਂਸ਼ਨ ਸ਼ੋ ਕਰਦੇ। ਤਾਂ ਜਿਹੜੀ ਥਰਮਲ ਐਕਸਪੈਂਸ਼ਨ ਹੈ ਲਿਕੁਇਡਸ ਵਿੱਚ ਸੋਲਿਡਸ ਦੀ ਤਰ੍ਹਾਂ ਉਹ ਵੀ 3 ਫੈਕਟਰਸ 'ਤੇ ਡਿਪੈਂਡ ਕਰਦੀ ਹੈ। ਓਰੀਜਨਲ ਵੋਲੀਅਮ, ਮੈਂ ਤਾਂ ਵੋਲੀਅਮ ਹੀ ਕਾਹਤੋਂ ਲੈ ਰਹੀ ਕਿਉਂਕਿ ਜਿਹੜਾ ਲਿਕੁਇਡ ਹੈ ਇਕੱਲਾ ਵੋਲੀਅਮ ਹੀ ਸ਼ੋ ਕਰੂਗਾ। ਓਰੀਜਨਲ ਵੋਲੀਅਮ 'ਤੇ ਡਿਪੈਂਡ ਕਰੂਗੀ, ਰਾਈਜ਼ ਇਨ ਟੈਂਪਰੇਚਰ 'ਤੇ ਨੇਚਰ ਆਫ ਦਾ ਲਿਕੁਇਡ ਮਟੀਰੀਅਲ 'ਤੇ। ਹੁਣ ਆਹ ਸਾਰਾ ਕੁਛ ਸੇਮ ਹੈ ਜਿਵੇਂ ਪਿਛਲੀ ਵਾਰੀ ਪੜ੍ਹ ਕੇ ਆਈ ਹਾਂ, ਸਾਰਾ ਕੁਛ ਉਹੀ ਲਿਖ ਦਿਓ। ਡੈਲਟਾ ਵੀ ਇਜ਼ ਇਕੁਅਲਸ ਟੂ ਗਾਮਾ ਵੀ ਡੈਲਟਾ ਟੀ, ਉਵੇਂ ਐਸਆਈ ਯੂਨਿਟ ਆ, ਉਵੇਂ ਡੈਫੀਨੇਸ਼ਨ, ਸਾਰਾ ਕੁਛ ਸੇਮ ਹੈ, ਠੀਕ ਹੈ। ਨੈਕਸਟ ਆ ਗਿਆ ਆਪਾਂ ਕਿਸੇ ਵੀ ਅਗਰ ਮੰਨ ਲਓ ਲਿਕੁਇਡ ਨੂੰ ਕਰਦੇ ਪਏ ਹੀਟ ਕਰਦੇ ਪਏ ਆ, ਆਪਣੇ ਕੋਲ ਲਿਕੁਇਡ ਹੈ, ਮੈਂ ਲਿਕੁਇਡ ਨੂੰ ਹੀਟ ਕਰ ਰਹੀ ਹਾਂ। ਹੀਟ ਕਰਨ 'ਤੇ ਕੀ ਹੋਊਗਾ ਕਿ ਜਿਹੜਾ ਲਿਕੁਇਡ ਦਾ ਵੋਲੀਅਮ ਹੈ ਪਲੱਸ ਜਿਹੜਾ ਕੰਟੇਨਰ ਦਾ ਵੋਲੀਅਮ ਹੈ, ਹੁਣ ਕੰਟੇਨਰ ਵੀ ਤਾਂ ਇੱਕ ਸੋਲਿਡ ਆ ਉਹ ਵੀ ਹੀਟ ਕਰਦੇ ਪਏ ਆ, ਹੀਟ ਕਰਨ 'ਤੇ ਉਹਦਾ ਵੀ ਇਨਕਰੀਜ਼ ਕਰੂਗਾ ਵੋਲੀਅਮ। ਬਟ ਜੇ ਆਪਾਂ ਕੀ ਕਰਨਾ ਹੈ ਆਪਾਂ ਨਿਗਲੈਕਟ ਕਰਦੇ ਵੀ ਐਕਸਪੈਂਸ਼ਨ ਕੁਛ ਇਹਦੇ ਸੋਲਿਡ ਦੀ ਹੋਈ ਸੀ ਉਹਨੂੰ ਆਪਾਂ ਇੱਕ ਵਾਰੀ ਨਿਗਲੈਕਟ ਕਰ ਦਈਏ ਵੀ ਇੱਕ ਵਾਰੀ ਛੱਡ ਦਈਏ, ਸਿਰਫ ਆਪਾਂ ਲਿਕੁਇਡ ਦੀ ਵੇਖੀਏ ਵੀ ਕਿੰਨੀ ਐਕਸਪੈਂਸ਼ਨ ਹੋਈ ਹੈ, ਉਸ ਐਕਸਪੈਂਸ਼ਨ ਨੂੰ ਬੋਲਦੇ ਹਾਂ ਆਪਾਂ ਐਪੈਰੈਂਟ ਐਕਸਪੈਂਸ਼ਨ ਆਫ ਲਿਕੁਇਡ। ਬਟ ਹਾਂ ਜੇ ਆਪਾਂ ਦੇਖੀਏ ਵੀ ਨਹੀਂ ਸੋਲਿਡ ਦੀ ਵੀ ਕਿੰਨੀ ਹੋਈ, ਲਿਕੁਇਡ ਦੀ ਵੀ ਕਿੰਨੀ ਹੋਈ, ਦੋਨਾਂ ਦੀ ਕਿੰਨੀ ਹੋਈ, ਤਾਂ ਉਹਨੂੰ ਬੋਲਦੇ ਹਾਂ ਆਪਾਂ ਰੀਅਲ ਐਕਸਪੈਂਸ਼ਨ। ਤਾਂ ਰੀਅਲ ਐਕਸਪੈਂਸ਼ਨ ਦਾ ਫਾਰਮੂਲਾ ਹੁੰਦਾ ਹੈ ਐਪੈਰੈਂਟ ਐਕਸਪੈਂਸ਼ਨ ਆਫ ਲਿਕੁਇਡ, ਮਤਲਬ ਐਕਚੁਅਲੀ ਲਿਕੁਇਡ ਦੀ ਕਿੰਨੀ ਐਕਸਪੈਂਸ਼ਨ ਹੋਈ ਸੀ ਪਲੱਸ ਨਾਲ ਕੰਟੇਨਰ ਦੀ ਐਕਸਪੈਂਸ਼ਨ ਕਿੰਨੀ ਹੋਈ। ਰੀਅਲ ਐਕਸਪੈਂਸ਼ਨ ਦਾ ਮਤਲਬ ਹੁੰਦਾ ਕੰਟੇਨਰ ਅਤੇ ਲਿਕੁਇਡ ਦੋਨਾਂ ਦੀ ਐਕਸਪੈਂਸ਼ਨ ਪਲੱਸ ਕਰਕੇ ਕਿੰਨਾ ਆਂਸਰ ਆਇਆ, ਅਪੇਰੈਂਟ ਮਤਲਬ ਇਕੱਲੇ ਲਿਕੁਇਡ ਦੇ ਐਕਸਪੈਂਡ ਕਰਕੇ ਕਿੰਨਾ ਆਂਸਰ ਆਇਆ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਥਰਮਲ ਐਕਸਪੈਂਸ਼ਨ ਇਨ ਗੈਸਿਸ। ਹੁਣ ਗੈਸਿਸ ਵੀ ਐਕਸਪੈਂਡ ਹੁੰਦੀਆਂ ਹੀਟ ਕਰਨ 'ਤੇ, ਬਟ ਜਿਹੜੀ ਗੈਸਿਸ ਹੁੰਦੀਆਂ ਉਹ ਬਹੁਤ ਜ਼ਿਆਦਾ ਹੀ ਐਕਸਪੈਂਡ ਕਰ ਜਾਂਦੀਆਂ ਐਜ਼ ਕੰਪੇਅਰ ਟੂ ਲਿਕੁਇਡ ਐਂਡ ਸੋਲਿਡਸ, ਕਿਉਂਕਿ ਇਹਦੇ ਪਾਰਟੀਕਲਸ ਕੀ ਹੈ ਬਹੁਤ ਜ਼ਿਆਦਾ ਦੂਰ ਦੂਰ ਹੈ, ਲੂਜ਼ਲੀ ਪੈਕਡ ਹੈ, ਤਾਂ ਜਿਹੜੇ ਗੈਸਿਸ ਆ ਬਹੁਤ ਜ਼ਿਆਦਾ ਐਕਸਪੈਂਡ ਕਰਦੇ ਆ। ਪਰ ਆਪਾਂ ਇਕੁਅਲ ਵੋਲੀਅਮ ਆਫ ਗੈਸਿਸ ਲੈ ਲਈਏ, ਉਹਨਾਂ ਦਾ ਕੀ ਹੈ ਡਿਫਰੈਂਟ ਐਕਸਪੈਂਸ਼ਨ ਵੈਲਿਊ ਦਊਗੀਆਂ, ਮਤਲਬ ਰਾਈਜ਼ ਇਨ ਟੈਂਪਰੇਚਰ ਕਰਨ 'ਤੇ ਜ਼ਿਆਦਾ ਐਕਸਪੈਂਡ ਕਰਨਗੀਆਂ, ਠੀਕ ਹੈ। ਅਤੇ ਭਲਾ ਆਪਾਂ ਇਕੁਅਲ ਵੋਲੀਅਮ ਲੈ ਲਈਏ ਗੈਸਿਸ ਦੇ, ਸਾਰੀ ਗੈਸਿਸ ਦੇ ਇਕੁਅਲ ਵੋਲੀਅਮ ਲੈ ਲਈਏ, ਉਹਨਾਂ ਦੀ ਐਕਸਪੈਂਸ਼ਨ ਦੀ ਜਿਹੜੀ ਵੈਲਿਊ ਹੋਊਗੀ ਉਹ ਵੀ ਇਕੁਅਲ ਹੋਊਗੀ ਟੈਂਪਰੇਚਰ ਦੇਣ ਦੀ। ਨੈਕਸਟ ਆ ਗਿਆ ਆਪਣੇ ਕੋਲ ਐਪਲੀਕੇਸ਼ਨਸ ਆਫ ਥਰਮਲ ਐਕਸਪੈਂਸ਼ਨ। ਹੁਣ ਐਪਲੀਕੇਸ਼ਨਸ ਕੀ ਥਰਮਲ ਐਕਸਪੈਂਸ਼ਨ ਦੀਆਂ, ਜਿਹੜਾ ਥਰਮਲ ਐਕਸਪੈਂਸ਼ਨ ਹੁੰਦਾ ਕਾਫੀ ਸਾਰੇ ਆਪਣੇ ਐਪਲੀਕੇਸ਼ਨ ਦੇਖਦੇ, ਜਿਵੇਂ ਮੰਨ ਲਓ ਰੇਲਵੇ ਟਰੈਕਸ, ਜਦੋਂ ਰੇਲਵੇ ਟਰੈਕਸ ਹੁੰਦੇ ਨਾ ਲਾਉਂਦੇ ਹੁੰਦੇ ਆ ਉਹਦੇ ਵਿੱਚ ਕੁਛ ਕੁ ਸਮੋਲ ਗੈਪ ਲੈਫਟ ਕਰ ਦਿੰਦੇ ਆ। ਸਮੋਲ ਗੈਪ ਕਾਹਤੋਂ ਲੈਫਟ ਕਰਦੇ ਕਿਉਂਕਿ ਜਿਹੜੇ ਆਹ ਰੇਲ ਟਰੈਕਸ ਹੁੰਦੇ ਆ ਨਾ, ਕਿਉਂਕਿ ਜਦੋਂ ਗਰਮੀ ਹੋਣੀ ਹੁੰਦੀ ਹੈ, ਗਰਮੀ ਵਿੱਚ ਸਨ ਰੇਡੀਏਸ਼ਨਸ ਨਾਲ ਕੀ ਹੁੰਦਾ ਹੈ ਬਹੁਤ ਗਰਮੀ ਮਿਲਦੀ ਹੈ ਉਹਨੂੰ, ਰੇਲਵੇ ਟਰੈਕਸ ਨੂੰ ਗਰਮੀ ਹੋਣ ਕਰਕੇ ਕੀ ਉਹ ਐਕਸਪੈਂਡ ਕਰਨੀਆਂ ਸ਼ੁਰੂ ਹੋ ਜਾਂਦੀਆਂ, ਔਨ ਹੀਟਿੰਗ ਇਟ ਸਟਾਰਟ ਐਕਸਪੈਂਡਿੰਗ। ਅਗਰ ਇਹ ਗੈਪ ਨਹੀਂ ਹੋਊਗਾ ਤਾਂ ਜਦੋਂ ਐਕਸਪੈਂਡ ਕਰਨਗੇ ਫਿਰ ਤਾਂ ਡਿਫਾਰਮ ਹੋ ਜਾਣਗੀਆਂ, ਇਹ ਆਪਸ 'ਚ ਵੱਜ ਵੁੱਜ ਕੇ ਮਤਲਬ ਖ਼ਰਾਬ ਹੋ ਜਾਣਗੀਆਂ। ਤਾਂ ਇਸ ਕਰਕੇ ਪਹਿਲਾਂ ਹੀ ਥੋੜ੍ਹੀ ਸਪੇਸ ਲੈਫਟ ਕਰ ਦਿੰਦੇ ਆ ਵੀ ਗਰਮੀਆਂ ਜਦੋਂ ਵੀ ਐਕਸਪੈਂਸ਼ਨ ਹੋਊਗੀ ਤਾਂ ਉਹ ਸਪੇਸ ਕਵਰ ਕਰਕੇ ਈਜ਼ੀਲੀ ਕੀ ਆ ਉਹ ਪ੍ਰੋਪਰ ਹੋ ਜਾਣਗੀਆਂ, ਵੀ ਇੱਦਾਂ ਨਹੀਂ ਬੈਂਡ ਨਹੀਂ ਹੋਣਗੇ, ਖ਼ਰਾਬ ਨਹੀਂ ਹੋਣਗੀਆਂ ਅਤੇ ਕੋਈ ਐਕਸੀਡੈਂਟ ਨਹੀਂ ਹੋਊਗਾ, ਠੀਕ ਹੈ। ਨੈਕਸਟ ਹੈਗਾ ਆਪਣੇ ਕੋਲ ਕੰਕਰੀਟ ਫਲੋਰਸ। ਆਪਾਂ ਦੇਖਿਆ ਹੋਊਗਾ ਟਾਇਲਸ ਲੱਗੀਆਂ ਹੁੰਦੀਆਂ ਆਪਣੇ ਘਰੇ, ਟਾਇਲਸ ਦੇ ਵਿੱਚ ਵੀ ਨਾ ਐਕਚੁਅਲੀ ਥੋੜ੍ਹੀ ਸਪੇਸਿਸ ਲੈਫਟ ਹੁੰਦੀਆਂ, ਇੰਨੀ ਕੁ ਸਪੇਸ ਲੈਫਟ ਹੁੰਦੀ ਹੈ ਕਿਉਂ, ਕਿਉਂਕਿ ਗਰਮੀ ਵਿੱਚ ਜਦੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ, ਗਰਮੀ ਵਿੱਚ ਜਿਹੜੇ ਬਲੋਕਸ ਹੁੰਦੇ ਨਾ ਟਾਇਲਸ ਦੇ ਉਹ ਵੀ ਮਤਲਬ ਐਕਸਪੈਂਡ ਕਰਨਾ ਸ਼ੁਰੂ ਕਰ ਜਾਂਦੇ ਆ, ਅਤੇ ਉਹ ਐਕਸਪੈਂਡ ਕਰਕੇ ਕਰੈਕ ਨਾ ਹੋ ਜਾਣ, ਇਸ ਕਰਕੇ ਥੋੜ੍ਹੀ ਮਤਲਬ ਉਹਦੇ ਵਿੱਚ ਸਪੇਸ ਦਿੱਤੀ ਹੁੰਦੀ ਵੀ ਉਹ ਈਜ਼ੀਲੀ ਉਸ ਜਗ੍ਹਾ ਨੂੰ ਲੈ ਲੈਣ ਅਤੇ ਉੱਥੇ ਈਜ਼ੀਲੀ ਫਿੱਟ ਆ ਜਾਣ, ਠੀਕ ਹੈ।
ਨੈਕਸਟ ਹੈਗਾ ਆਪਣੇ ਕੋਲ ਆਇਰਨ ਰਿਮਸ ਆਫ ਵੁਡਨ ਵੀਲਸ। ਜਿਹੜੇ ਬੁਲੇਟ ਕਾਰਟਸ ਜਾਂ ਹੁੰਦੀਆਂ ਆਇਰਨ ਰਿਮਸ ਹੁੰਦੀਆਂ ਆਹ ਵਾਲੀਆਂ ਚੀਜ਼, ਇਹਨੂੰ ਵੀ ਥੋੜ੍ਹਾ ਜਿਹਾ ਮਤਲਬ ਕੀ ਹੈ ਜਿਹੜੇ ਆਇਰਨ ਰਿਮਸ ਹੁੰਦੀਆਂ ਇੱਥੇ ਵੁਡਨ ਦੇ ਕੋਈ ਚੀਜ਼ ਚੱਕਾ ਜਿਹਾ ਲੱਗਾ ਹੁੰਦਾ ਹੈ, ਸੈਂਟਰ ਵਿੱਚ ਇੱਥੇ ਰਿਮ ਲੱਗੀ ਹੁੰਦੀ ਹੈ, ਠੀਕ ਹੈ, ਵੀਲਸ ਵਿੱਚ। ਇਹ ਡਿਫਰੈਂਟ ਡਾਇਮੀਟਰਸ ਦੀ ਹੁੰਦੀ ਹੈ, ਕਿਉਂਕਿ ਜਦੋਂ ਆਪਾਂ ਇਹਨੂੰ ਪਤਾ ਕੀ ਕਰਦੇ ਆ, ਪਹਿਲਾਂ ਇਹਨੂੰ ਆਇਰਨ ਰਿਮ ਨੂੰ ਪੂਰਾ ਹੀਟ ਕਰ ਦਿੰਦੇ ਆ। ਹੀਟ ਕਰਨ 'ਤੇ ਇਹਨੂੰ ਕੀ ਉਹਦੇ ਵਿੱਚ ਲੱਕੜ ਵਿੱਚ ਵਾੜ ਦਿੰਦੇ ਆ। ਲੱਕੜ ਵਿੱਚ ਵਾੜ ਕੇ, ਕਿਉਂਕਿ ਉਹਦਾ ਹਲੇ ਉਹ ਹੁੰਦਾ ਐਕਸਪੈਂਡਡ ਹੁੰਦੀ ਹੈ ਨਾ, ਤਾਂ ਉਹਦੇ ਵਿੱਚ ਲੱਕੜ ਈਜ਼ੀਲੀ ਵੜ ਜਾਂਦੀ ਹੈ। ਬਟ ਜਦੋਂ ਉਹਨੂੰ ਆਪਾਂ ਪੂਰਾ ਫਿੱਟ ਕਰਨਾ ਹੁੰਦਾ, ਉੱਪਰ ਠੰਡਾ ਪਾਣੀ ਪਾ ਦਿੰਦਾ, ਠੰਡਾ ਪਾਣੀ ਪਾ ਕੇ ਇੱਕ ਦੂਜੇ ਨੂੰ ਐਡਜਸਟ ਕਰ ਲੈਂਦਾ, ਤਾਂ ਉਹ ਈਜ਼ੀਲੀ ਕੀ ਹੈ ਗ੍ਰਿਪ ਹੁੰਦੀ ਜਿਹੜੀ ਵੀਲ ਦੀ ਉਹ ਟਾਈਟਲੀ ਪੈਕ ਹੋ ਜਾਂਦੀ ਹੈ, ਠੀਕ ਹੈ। ਨੈਕਸਟ ਐਪਲੀਕੇਸ਼ਨ ਕੀ ਹੈ ਆਪਣੇ ਕੋਲ, ਜਿਹੜੀ ਟੈਲੀਫੋਨ ਵਾਇਰਸ ਹੁੰਦੀਆਂ ਸਮਰਸ ਵਿੱਚ ਕੀ ਹੁੰਦੀਆਂ, ਜਿਹੜੀਆਂ ਟੈਲੀਫੋਨ ਜਾਂ ਇਲੈਕਟ੍ਰਿਕ ਕੇਬਲ ਵਾਇਰਸ ਹੁੰਦੀਆਂ ਬਿਟਵੀਨ ਦਾ ਪੋਲਸ ਜਿਹੜੀਆਂ ਲੱਗੀਆਂ ਹੁੰਦੀਆਂ, ਉਹਨਾਂ ਨੂੰ ਲੂਜ਼ ਆਪਦੇ ਵੱਲੋਂ ਹੀ ਲੂਜ਼ ਛੱਡਦੇ ਆ, ਇੰਟੈਂਸ਼ਨਲੀ ਲੂਜ਼ ਛੱਡਦੇ ਆ। ਕਿਉਂਕਿ ਅਗਰ ਮਤਲਬ ਮੰਨ ਲਓ ਵਿੰਟਰ 'ਚ ਉਹਨੇ ਕੰਟਰੈਕਟ ਕਰਨਾ ਜਾਂ ਸਮਰ 'ਚ ਐਕਸਪੈਂਡ ਕਰਨਾ, ਉਹ ਈਜ਼ੀਲੀ ਕੰਟਰੈਕਟ ਐਕਸਪੈਂਡ ਕਰ ਸਕਦੇ ਆ। ਨੈਕਸਟ ਹੁੰਦਾ ਆਪਣੇ ਕੋਲ ਬਾਇਓਮੈਟੈਲਿਕ ਸਟ੍ਰਿਪ। ਥਰਮੋਸਟੈਟਸ ਵਿੱਚ ਜਾਂ ਕਦੋਂ ਤੁਸੀਂ ਵੇਖਿਆ ਹੋਗਾ ਇਲੈਕਟ੍ਰਿਕ ਮੀਟਰ ਜਾਂ ਇਲੈਕਟ੍ਰਿਕ ਆਇਰਨਸ ਵਿੱਚ ਵਗੈਰਾ ਨਾ ਬਾਇਓਮੈਟੈਲਿਕ ਸਟ੍ਰਿਪ ਲੱਗੀ ਹੁੰਦੀ ਹੈ। ਇੱਦਾਂ ਬਾਇਓਮੈਟੈਲਿਕ 2 ਮੈਟਲਸ ਦੀ ਸਟ੍ਰਿਪ ਲੱਗੀ ਹੁੰਦੀ ਹੈ। ਉਹ 2 ਮੈਟਲਸ ਦੀ ਸਟ੍ਰਿਪ ਵੀ ਕੀ ਕਰਦੀ ਹੁੰਦੀ ਹੈ, ਐਜ਼ ਅ ਸਰਕਿਟ ਬ੍ਰੇਕਰ ਵੀ ਕੰਮ ਕਰਦੀ ਹੈ। ਸਰਕਿਟ ਬ੍ਰੇਕਰ ਦਾ ਮਤਲਬ ਕੀ ਹੁੰਦਾ ਕਿ ਜਦੋਂ ਉਹ ਕੋਈ ਵੀ ਅਮਾਊਂਟ ਆਫ ਇਲੈਕਟ੍ਰੀਸਿਟੀ ਜਾਂ ਕੋਈ ਵੀ ਅਮਾਊਂਟ ਆਫ ਹੀਟ ਆਊਗੀ ਨਾ ਇੱਥੇ ਆਇਰਨ ਇਹਦੇ ਕੋਲ, ਵੀ ਜ਼ਿਆਦਾ ਹੀ ਅਮਾਊਂਟ ਆਫ ਇਲੈਕਟ੍ਰੀਸਿਟੀ ਆ ਜਾਊਗੀ, ਤਾਂ ਜ਼ਿਆਦਾ ਅਮਾਊਂਟ ਆਫ ਇਲੈਕਟ੍ਰੀਸਿਟੀ ਲੈਣ ਦੇ ਕੀ ਹੈ ਹੀਟ ਅਪ ਹੋ ਜਾਣਗੀਆਂ। ਹੀਟ ਅਪ ਹੋਣ 'ਤੇ ਕੀ ਹੋਊਗਾ, ਉਹ ਐਕਸਪੈਂਡ ਕਰਨਗੇ, ਐਕਸਪੈਂਡ ਕਰਕੇ ਟੁੱਟ ਜਾਂਦੀਆਂ। ਟੁੱਟ ਕਰਕੇ ਜਦੋਂ ਜ਼ਿਆਦਾ ਅਮਾਊਂਟ ਆਫ ਇਲੈਕਟ੍ਰੀਸਿਟੀ ਆਉਂਦੀ ਤਾਂ ਆਪਣੇ ਜਿਹੜੇ ਰੈਫਰੀਜਰੇਟਰ ਵਗੈਰਾ ਬਚ ਜਾਂਦੇ ਆ, ਉਹ ਜ਼ਿਆਦਾ ਜਲਦੀ ਮਤਲਬ ਬਰਨ ਜਾਂ ਖ਼ਰਾਬ ਨਹੀਂ ਹੁੰਦੇ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਜਿਹੜੇ ਮੈਟਲ ਪਾਈਪਸ ਹੁੰਦੀਆਂ ਜਿਹਦੇ 'ਚ ਹੌਟ ਵਾਟਰ ਵਗੈਰਾ ਆਉਣਾ ਹੁੰਦਾ, ਮੈਟਲ ਪਾਈਪ ਦੇ ਜਿਹੜੇ ਜੁਆਇੰਟਸ ਹੁੰਦੇ ਆ ਉਹ ਵੀ ਕੁਛ ਕੀ ਮਤਲਬ ਉਹਨਾਂ ਵਿੱਚ ਸਪੇਸ ਛੱਡੀ ਹੁੰਦੀ ਹੈ। ਕਿਉਂਕਿ ਜਦੋਂ ਮੈਟਲ ਪਾਈਪ ਵਿੱਚ ਗਰਮ ਪਾਣੀ ਜਾਊਗਾ, ਗਰਮ ਪਾਣੀ ਤੋਂ ਐਕਸਪੈਂਡ ਕਰਨਗੀਆਂ, ਐਕਸਪੈਂਡ ਕਰਨ 'ਤੇ ਕੁਛ ਸਪੇਸ ਹੋਣਗੀਆਂ ਤਾਂ ਉਹ ਆਪਦੇ ਆਪ ਨੂੰ ਐਡਜਸਟ ਕਰ ਲੈਣਗੀਆਂ। ਜਿਹੜੇ ਸਟੀਲ ਗ੍ਰੇਡਰਸ ਹੁੰਦੇ ਆ, ਇੱਦਾਂ ਦੇ ਕੁਛ ਜਿਹੜੇ ਸਟੀਲ ਦੇ ਬ੍ਰਿਜ ਵਗੈਰਾ ਹੁੰਦੇ ਆ ਨਾ, ਉੱਥੇ ਵੀ ਇੱਥੇ ਕੁਛ ਸਮੋਲ ਸਪੇਸਿਸ ਲੈਫਟ ਹੁੰਦੇ ਆ, ਕਿਉਂਕਿ ਜੋ ਗਰਮੀ ਜੋ ਸਟੀਲ ਦੇ ਹੈਗੀ ਉਹਨੇ ਐਕਸਪੈਂਡ ਕਰਨਾ, ਐਕਸਪੈਂਡ ਕਰਕੇ ਉਹ ਈਜ਼ੀਲੀ ਕੀ ਸਪੇਸ ਲੈ ਲਈ, ਸਪੇਸ ਲੈਣ 'ਤੇ ਕੀ ਆ ਉਹ ਆਪਦੇ ਆਪ ਨੂੰ ਐਡਜਸਟ ਕਰ ਲਏ ਅਤੇ ਉਹ ਮਤਲਬ ਬ੍ਰੇਕ ਨਾ ਹੋਵੇ, ਖ਼ਰਾਬ ਨਾ ਹੋਵੇ ਐਕਸਪੈਂਸ਼ਨ ਕਰਕੇ, ਜਾਂ ਕੰਟਰੈਕਸ਼ਨ ਇਨ ਸਮਰ ਕਰਕੇ ਵੀ ਉਹ ਈਜ਼ੀਲੀ ਕੀ ਹੈ ਕੰਟਰੈਕਟ ਹੋ ਜਾਣ, ਠੀਕ ਹੈ। ਜਦੋਂ ਆਪਾਂ ਕੋਈ ਵੀ ਹੌਟ ਟੀ ਜਾਂ ਹੌਟ ਮਿਲਕ ਨੂੰ ਕਿਸੇ ਵੀ ਆਪਾਂ ਗਲਾਸ ਵਿੱਚ ਪਾਉਂਦੇ ਹਾਂ, ਗਲਾਸ ਟੰਬਲਰ ਵਿੱਚ ਪਾਉਂਦੇ ਹਾਂ, ਉਹ ਕਈ ਵਾਰ ਕਰੈਕ ਹੋ ਜਾਂਦਾ। ਕਰੈਕਾ ਤਾਂ ਹੁੰਦਾ ਕਿਉਂਕਿ ਜਿਹੜੀ ਇਨਰ ਸਾਈਡ ਹੁੰਦੀ ਹੈ ਟੰਬਲਰ ਦੀ ਉਹ ਐਕਸਪੈਂਡ ਕਰ ਜਾਂਦੀ ਹੈ, ਕਿਉਂਕਿ ਉੱਪਰੋਂ ਮੈਂ ਫਟਾਫਟ ਕੀ ਗਰਮ ਚੀਜ਼ ਪਾਤੀ, ਗਰਮ ਚੀਜ਼ ਪਾਉਣ 'ਤੇ ਕੀ ਸਡਨ ਮਤਲਬ ਟੈਂਪਰੇਚਰ ਚੇਂਜ ਹੋ ਜਾਂਦਾ, ਟੈਂਪਰੇਚਰ ਕਰਕੇ ਉਹ ਐਕਸਪੈਂਡ ਕਰਦਾ, ਐਕਸਪੈਂਡ ਕਰਨ ਦੀ ਜਿਹੜੀ ਹੁੰਦੀ ਆ ਆਹ ਚੀਜ਼ ਇਹ ਮਤਲਬ ਬ੍ਰੇਕ ਕਰ ਜਾਂਦੀ ਹੈ, ਬਹੁਤ ਜ਼ਿਆਦਾ ਐਕਸਪੈਂਡ ਹੁੰਦੇ ਬ੍ਰੇਕ ਹੀ ਹੋ ਜਾਂਦੀ ਹੈ। ਤਾਂ ਇਸੇ ਕਰਕੇ ਕੀ ਹੈ ਜਦੋਂ ਆਪਾਂ ਕੋਈ ਵੀ ਚੀਜ਼ ਗਰਮ ਪਾਉਂਦੇ ਹਾਂ ਨਾ, ਕੋਈ ਵੀ ਕੱਪ ਵਿੱਚ ਜਾਂ ਕਿਸੇ ਚੀਜ਼ ਗਰਮ ਪਾਉਂਦੇ ਹਾਂ, ਉਹਦੇ ਵਿੱਚ ਠੰਡਾ ਸਪੂਨ ਵੀ ਪਾ ਦਿੰਦੇ ਨਾਲ ਹੀ। ਠੰਡਾ ਸਪੂਨ ਦਾ ਮਤਲਬ ਕੀ ਹੈ ਕਿ ਉਹ ਜਿਹੜੀ ਹੀਟ ਹੁੰਦੀ ਹੈ ਉਹ ਘੱਟ ਹੁੰਦੀ ਹੈ, ਫਿਰ ਹੀਟ ਖਿੱਚ ਲੈਂਦਾ ਠੰਡਾ ਸਪੂਨ, ਅਤੇ ਜਿਹੜੀ ਆਹ ਆਪਣੀ ਸਾਈਡਸ ਹੁੰਦੀ ਹੈ ਇਹ ਖਰਾਬ ਨਹੀਂ ਹੁੰਦੀ, ਬ੍ਰੇਕ ਨਹੀਂ ਹੁੰਦਾ, ਠੀਕ ਹੈ। ਨੈਕਸਟ ਆਪਾਂ ਨੂੰ ਗਿਵਨ ਹੈ ਕਿ ਜਿਹੜੀਆਂ ਸੀਲਡ ਬੋਟਲਸ ਹੁੰਦੀਆਂ, ਬੋਟਲਸ ਦੇ ਵਿੱਚ ਇੱਥੇ ਕੁਛ ਕੁ ਸਪੇਸ, ਇੰਨੀ ਕੁ ਸਿਰਫ ਮੈਡੀਸਨ ਭਰੀ ਹੁੰਦੀ ਹੈ, ਇੰਨੀ ਕੁ ਸਪੇਸ ਲੈਫਟ ਹੁੰਦੀ ਹੈ। ਸਪੇਸ ਲੈਫਟ ਕਦ ਹੁੰਦੀ ਹੈ, ਕਿਉਂਕਿ ਗਰਮੀਆਂ ਵਿੱਚ ਕੀ ਹੈ ਲਿਕੁਇਡ ਨੇ ਐਕਸਪੈਂਡ ਕਰਨਾ ਹੁੰਦਾ, ਐਕਸਪੈਂਡ ਕਰਕੇ ਬੋਟਲ 'ਚੋਂ ਬਾਹਰ ਨਾ ਆ ਜਾਣ, ਤਾਂ ਕਰਕੇ ਉਹ ਇੰਨੀ ਕੁ ਸਪੇਸ ਮਤਲਬ ਕੀ ਹੈ ਆਪਦੇ ਆਪ ਨੂੰ ਐਡਜਸਟ ਕਰ ਸਕਣ, ਤਾਂ ਥੋੜ੍ਹੀ ਸਪੇਸ ਲੈਫਟ ਹੁੰਦੀ ਹੈ। ਤਾਂ ਇਹ ਸਾਰੇ ਆਪਣੀ ਐਪਲੀਕੇਸ਼ਨ ਸੇਮ 'ਚ ਸਾਰੇ 'ਚ ਸੇਮ ਆਨਸਰ ਹੀ ਆਉਣਾ ਹੈ ਕਿ ਗਰਮੀਆਂ 'ਚ ਉਹਨਾਂ ਨੇ ਐਕਸਪੈਂਡ ਹੋਣਾ ਹੁੰਦਾ, ਐਕਸਪੈਂਡ ਹੋ ਕੇ ਮਤਲਬ ਖ਼ਰਾਬ ਨਾ ਹੋ ਜਾਣ, ਇਸੇ ਕਰਕੇ ਕੁਛ ਕੁ ਸਪੇਸ ਹੁੰਦੀ ਹੈ ਤਾਂ ਜੋ ਕਿ ਆਪਣੇ ਆਪ ਨੂੰ ਐਡਜਸਟ ਕਰ ਲੈਣ।